जी आया नूं प्यारे विद्यार्थियों 11th क्लास दी इंग्लिश दी बुक अ पैनोरमा ऑफ लाइफ उसदा सैक्शन सी लैसन नंबर 4 दी मॉडल मिलियनेयर। इस लैसन दे शॉर्ट आंसर टाइप क्वेश्चंस दैट इज क्वेश्चन आंसर सैक्शन 1 10 क्वेश्चंस ने ਇਹਦੇ ਵਿੱਚ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਨੋਟਬੁੱਕ ਅਤੇ ਪੈਨ ਲੈ ਲਓ ਤੇ ਸਾਰੇ ਆਨਸਰਸ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲਓ। ਦਿੱਤੀ ਜਾ ਰਹੀ ਐਕਸਪਲੇਨੇਸ਼ਨ ਨੂੰ ਬੜੇ ਧਿਆਨ ਦੇ ਨਾਲ ਸੁਣੋ ਤਾਂ ਕਿ ਤੁਹਾਡੇ ਲਈ ਆਨਸਰ ਸਮਝਣੇ ਤੇ ਆਪਣੇ ਆਪ ਲਿਖਣੇ ਸੌਖੇ ਹੋ ਜਾਣ। ਸੋ ਆਓ ਸ਼ੁਰੂ ਕਰੀਏ। ਅੱਗੇ ਵਧਣ ਤੋਂ ਪਹਿਲੇ ਦੱਸਦਾ ਇਸੀ ਚੈਨਲ ਤੇ ਤੁਹਾਡੀ 11th ਕਲਾਸ ਦੀ ਇੱਕ ਹੋਰ ਪਲੇਲਿਸਟ ਹੈ ਜਿਸ ਦਾ ਨਾਮ ਹੈ 11th 12th ਇੰਗਲਿਸ਼ ਗ੍ਰਾਮਰ, ਜਿਹਦੇ ਵਿੱਚ ਤੁਹਾਡੀ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਦੇ ਲੈਸਨਸ ਵੀ ਤਿਆਰ ਕਰਕੇ ਪਾਏ ਜਾ ਰਹੇ ਹਨ, ਸੋ ਤੁਸੀਂ ਉਹਨਾਂ ਨੂੰ ਵੀ ਦੇਖ ਸਕਦੇ ਹੋ। ਸੋ ਕੁਐਸਚਨ ਨੰਬਰ 1 ਇਜ਼ ਵਟ ਕੁਆਲਿਟੀਜ਼ ਮੇਡ ਹੁਈ, ਇਹ GH ਸਾਇਲੈਂਟ ਹੈਗਾ, ਹੁਈ ਅਰਸਕਿਨ ਪਪੂਲਰ ਵਿਦ ਮੈਨ ਐਂਡ ਵੂਮਨ, ਅਰਥਾਤ ਉਹ ਕਿਹੜੇ ਗੁਣ ਸਨ ਜਿਨ੍ਹਾਂ ਨੇ ਹੁਈ ਅਰਸਕਿਨ ਨੂੰ ਲੋਕਾਂ ਵਿੱਚ, ਔਰਤਾਂ ਵਿੱਚ ਤੇ ਬੰਦਿਆਂ ਵਿੱਚ ਦੋਨਾਂ ਵਿੱਚ ਹਰਮਨ ਪਿਆਰਾ ਬਣਾਇਆ। ਸੋ ਵੰਡਰਫੁਲੀ ਗੁੱਡ ਲੁਕਸ, ਅਰਥਾਤ ਹੈਰਾਨ ਕਰਨ ਵਾਲੇ ਵਧੀਆ ਨੈਣ ਨਕਸ਼, ਉਹਦੀ ਦਿੱਖ ਬੜੀ ਵਧੀਆ ਸੀਗੀ। ਕਲੀਅਰ ਕੱਟ ਪ੍ਰੋਫਾਈਲ, ਉਹਦੀ ਜੋ ਕੱਦ ਕਾਠੀ ਸੀ ਬੜੀ ਸਾਫ ਸਪਸ਼ਟ, ਬੜੀ ਮਲਕੀ ਗਠੀਲਾ ਸਰੀਰ। ਗ੍ਰੇ ਆਈਜ਼, ਸਲੇਟੀ ਅੱਖਾਂ। ਕ੍ਰਿਸਪ ਬਰਾਊਨ ਹੇਅਰ, ਬਰਾਊਨ ਮੈਨੇ ਭੂਰੇ, ਕ੍ਰਿਸਪ ਜਿਹੜੇ ਵਾਲਾਂ ਵਾਸਤੇ ਵਰਤੇ ਜਾਵੇ ਤੇ ਕ੍ਰਿਸਪ ਦਾ ਮਤਲਬ ਹੁੰਦਾ ਛੋਟੇ ਘੁੰਗਰਾਲੇ, ਛੋਟੀਆਂ ਛੋਟੀਆਂ ਘੁੰਗਰਾਲੀਆਂ ਦੇ ਨਾਲ। ਸੋ ਛੋਟੇ ਘੁੰਗਰਾਲੇ ਉਹਦੇ ਬਰਾਊਨ ਹੇਅਰ, ਜਿਹ 'ਚ ਘੁੰਗਰੀਆਂ ਛੋਟੀਆਂ ਛੋਟੀਆਂ ਸੀਗੀਆਂ, ਛੋਟੇ ਘੁੰਗਰਾਲੇ ਵਾਲ। ਐਂਡ ਬਿਗ ਹਾਰਟਡ ਨੇਚਰ, ਅਤੇ ਵੱਡੇ ਦਿਲ ਵਾਲੀ ਉਹਦੀ ਬਿਰਤੀ ਜਿਹੜੀ ਸੀ। ਵਰਦੀ ਕੁਆਲਿਟੀਜ਼ ਹੈ ਗੁਣ ਸੀ ਦੈਟ ਮੇਡ ਹੁਈ ਅਰਸਕਿਨ ਪਪੂਲਰ ਵਿਦ ਮੈਨ ਐਂਡ ਵੂਮਨ। ਇਹਨਾਂ ਗੁਣਾਂ ਨੇ ਉਹਦਾ ਇੱਕ ਤੇ ਉਹਦਾ ਜੋ ਜੁੱਸਾ, ਉਹਦੀਆਂ ਸਲੇਟੀ ਅੱਖਾਂ, ਘੁੰਗਰਾਲੇ ਪੂਰੇ ਵਾਲ ਤੇ ਉਹਦੇ ਨੈਣ ਨਕਸ਼, ਦਿਲ ਖਿੱਚਵੇਂ, ਤੇ ਦੂਜੀ ਗੱਲ ਉਹਦਾ ਵੱਡਾ ਦਿਲ, ਇਹਨਾਂ ਗੁਣਾਂ ਨੇ ਉਹਨੂੰ ਸਾਰਿਆਂ ਵਿੱਚ ਹਰਮਨ ਪਿਆਰਾ ਬਣਾਇਆ। ਕੁਐਸਚਨ ਨੰਬਰ 2 ਹੁਈ ਵਾਜ਼ ਅਨਏਬਲ ਟੂ ਸੈਟਲ ਡਾਊਨ ਇਨ ਅ ਪ੍ਰੋਫੈਸ਼ਨ ਬਿਕੋਜ਼ ਹੀ ਵਾਜ਼ ਅਨਵਿਲਿੰਗ ਟੂ ਵਰਕ। ਅਨਵਿਲਿੰਗ ਦਾ ਮਤਲਬ, ਵਿਲਿੰਗ ਦਾ ਮਤਲਬ ਹੁੰਦਾ ਹੈ ਇੱਛੁਕ, ਠੀਕ ਹੈ, ਤੇ ਅਨਵਿਲਿੰਗ ਉਹਦਾ ਹੋ ਗਿਆ ਐਂਟੋਨਿਮ, ਉਹਦਾ ਵਿਰੋਧੀ ਅਰਥ ਹੋ ਗਿਆ, ਵਿਰੋਧੀ ਸ਼ਬਦ ਹੋ ਗਿਆ। ਸੋ ਅਨਵਿਲਿੰਗ ਦਾ ਮਤਲਬ ਹੋ ਗਿਆ ਅਣਇੱਛੁਕ, ਅਰਥਾਤ ਰੈਲੂਕਟੈਂਟ, ਵੀ ਉਹਦੀ ਚਾਹ ਨਹੀਂ ਹੈਗੀ। ਸੋ ਕਹਿੰਦੇ ਸੈਟਲ ਡਾਊਨ ਹੁੰਦਾ ਵੀ ਟਿਕ ਜਾਣਾ, ਪ੍ਰੋਫੈਸ਼ਨ ਮੈਨੇ ਕੰਮਕਾਰ। ਹੁਈ ਵਾਜ਼ ਅਨਏਬਲ ਟੂ ਸੈਟਲ ਡਾਊਨ ਇਨ ਅ ਪ੍ਰੋਫੈਸ਼ਨ ਬਿਕੋਜ਼ ਹੀ ਵਾਜ਼ ਅਨਵਿਲਿੰਗ ਟੂ ਵਰਕ। ਯੈਸ ਜਾਂ ਨੋ, ਇਹ ਸਟੇਟਮੈਂਟ ਦਿੱਤੀ ਹੈ, ਕਹਿੰਦੇ ਤੁਸੀਂ ਦੱਸੋ ਇਹ ਸਟੇਟਮੈਂਟ ਠੀਕ ਹੈ ਜਾਂ ਗਲਤ ਹੈ। ਸਟੇਟਮੈਂਟ ਕੀ ਹੈ, ਬਿਆਨ ਕੀ ਹੈਗਾ ਕਿ ਕਥਨ ਹੈਗਾ ਹੁਈ ਵਾਜ਼ ਅਨਏਬਲ ਟੂ ਸੈਟਲ ਡਾਊਨ ਇਨ ਅ ਪ੍ਰੋਫੈਸ਼ਨ, ਅਰਥਾਤ ਜਿਹੜਾ ਹੁਈ ਸੀਗਾ ਉਹ ਕਿਸੇ ਵੀ ਕਿੱਤੇ ਵਿੱਚ, ਕੰਮਕਾਰ ਵਿੱਚ ਟਿਕ ਨਾ ਸਕਿਆ। ਕਿਉਂਕਿ ਬਿਕੋਜ਼ ਹੀ ਵਾਜ਼ ਅਨਵਿਲਿੰਗ ਟੂ ਵਰਕ, ਕਿਉਂਕਿ ਉਹ ਕੰਮ ਕਰਨ ਦਾ ਅਣਇੱਛੁਕ ਸੀ, ਅਰਥਾਤ ਉਹ ਕੰਮ ਚੋਰ ਸੀ, ਵੀ ਕੰਮ ਕਰਨ ਨੂੰ ਉਹਦਾ ਜੀ ਨਹੀਂ ਕਰਦਾ ਸੀ। ਕੀ ਇਹ ਗੱਲ ਸਹੀ ਹੈ ਜਾਂ ਗਲਤ ਹੈ? ਤੇ ਕਹਿੰਦੇ ਇਫ ਨੋ, ਜੇ ਇਹ ਗੱਲ ਗਲਤ ਹੈ, ਵਟ ਵਾਜ਼ ਦਾ ਰੀਜ਼ਨ, ਤੇ ਫਿਰ ਰੀਜ਼ਨ ਕੀ ਸੀਗਾ? ਜੇ ਇਹ ਗੱਲ ਨਹੀਂ ਸੀ ਤੇ ਫਿਰ ਕਿਸੇ ਵੀ ਕੰਮ ਵਿੱਚ ਸੈੱਟ ਕਿਉਂ ਨਹੀਂ ਹੋ ਸਕਿਆ? ਸੋ ਨੋ ਹੀ ਵਾਜ਼ ਨਾਟ ਅਨਵਿਲਿੰਗ ਟੂ ਵਰਕ, ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ, ਉਹ ਕੰਮ ਕਰਨ ਦਾ ਅਣਇੱਛੁਕ ਨਹੀਂ ਸੀ। ਨਾਟ ਅਨਵਿਲਿੰਗ, ਹੁਣ ਇੱਥੋਂ ਨਾਟ ਹਟਾ ਦਿਓ ਤੇ ਇੱਥੋਂ ਅਨ ਹਟਾ ਦਿਓ ਤੇ ਬਣ ਜਾਏਗਾ ਹੀ ਵਾਜ਼ ਵਿਲਿੰਗ ਟੂ ਵਰਕ, ਉਹ ਕੰਮ ਕਰਨ ਦਾ ਇੱਛੁਕ ਸੀ। ਜਾਂ ਅਸੀਂ ਕਵਾਂਗੇ ਉਹ ਕੰਮ ਕਰਨ ਦਾ ਅਣਇੱਛੁਕ ਨਹੀਂ ਸੀ, ਠੀਕ ਹੈ ਨਾ। ਸੋ ਨਹੀਂ ਨਹੀਂ ਕੈਂਸਲ ਹੋ ਜਾਏਗਾ, ਠੀਕ ਹੈ ਨਾ, ਨਾਟ ਤੇ ਅਨ ਕੈਂਸਲ ਹੋ ਜਾਏਗਾ ਤੇ ਬਣ ਜਾਏਗਾ ਵਿਲਿੰਗ, ਅਰਥਾਤ ਅਣਇੱਛੁਕ ਨਹੀਂ ਸੀ, ਕੰਮ ਕਰਨਾ ਚਾਹੁੰਦਾ ਸੀ। ਕਿਦਾਂ? ਹੀ ਟਰਾਈਡ ਡਿਫਰੈਂਟ ਇੰਟਰਪ੍ਰਾਈਜ਼ਸ, ਇੰਟਰਪ੍ਰਾਈਜ਼ ਹੁੰਦਾ ਉਦਮ, ਉਹਨੇ ਵੱਖ-ਵੱਖ ਉਦਮ ਕਰਨ ਦਾ ਯਤਨ ਕੀਤਾ। ਲਾਈਕ ਟ੍ਰੇਡਿੰਗ ਇਨ ਸ਼ੇਅਰਸ, ਜਿਵੇਂ ਕਿ ਉਹਨੇ ਜਿਹੜੇ ਸ਼ੇਅਰ ਹੁੰਦੇ ਨੇ ਸਟਾਕ ਐਕਸਚੇਂਜ ਤੇ, ਉਹਨਾਂ ਦੀ ਖਰੀਦ ਫਰੋਖਤ ਵਿੱਚ ਟਰਾਈ ਕੀਤਾ। ਬੀਇੰਗ ਅ ਟੀ ਮਰਚੈਂਟ, ਚਾਹ ਪੱਤੀ ਦਾ ਵਪਾਰੀ ਬਣਨ ਦਾ ਯਤਨ ਕੀਤਾ। ਐਂਡ ਸੈਲਿੰਗ ਵਾਈਨ, ਤੇ ਵਾਈਨ ਵੇਚਣ ਦੀ ਵੀ ਕੋਸ਼ਿਸ਼ ਕੀਤੀ। ਬਟ ਹੀ ਕੁਡ ਨਾਟ ਮੇਕ ਮਨੀ, ਪਰ ਉਹ ਪੈਸਾ ਨਾ ਬਣਾ ਸਕਿਆ। ਕਿਉਂ? ਬਿਕੋਜ਼ ਆਫ ਹਿਜ਼ ਜਨਰਸ ਐਂਡ ਰੈਕਲੈਸ ਨੇਚਰ, ਨੇਚਰ ਮੈਨੇ ਉਹਦੀ ਬਿਰਤੀ, ਉਹਦਾ ਸੁਭਾਅ, ਰੈਕਲੈਸ ਮੈਨੇ ਲਾਪਰਵਾਹੀ ਵਾਲਾ, ਤੇ ਜਨਰਸ ਮੈਨੇ ਦਾਨੀ ਸੁਭਾਅ ਵਾਲਾ, ਖੁੱਲੇ ਦਿਲ ਵਾਲਾ, ਅਰਥਾਤ ਉਹ ਥੋੜਾ ਲਾਪਰਵਾਹ ਸੀਗਾ ਤੇ ਜਨਰਸ ਮੈਨੇ ਦਾਨੀ ਸੁਭਾਅ ਦਾ ਸੀਗਾ, ਲੋਕਾਂ ਦੀ ਮਦਦ ਕਰ ਦਿੰਦਾ ਸੀਗਾ। ਪੈਸੇ ਦੇ ਬਾਰੇ ਉਹਨੂੰ ਕੋਈ ਬਹੁਤ ਜ਼ਿਆਦਾ ਮੋਹ ਨਹੀਂ ਸੀ, ਇਸ ਕਰਕੇ ਉਹ ਪੈਸਾ ਨਾ ਬਣਾ ਸਕਿਆ, ਪਰ ਉਹ ਕੰਮ ਕਰਨ ਦਾ ਇੱਛੁਕ ਸੀ। 3
क्वेश्चन नंबर 3, what condition did the colonel lay down for letting Hui be engaged to Laura? be engaged माने मंगनी हो जानी, कंडीशन माने हालत भी होंगी, तो इतने कंडीशन का मतलब है शर्त। ले डाउन अ कंडीशन, शर्त रखनी, उन्होंने कहते ले डाउन अ कंडीशन। सो वट कंडीशन डिड दी कर्नल ले डाउन, डिड है ना, सो देना फर्स्ट फॉर्म आ गई ले, सो जिले असी जवाब देवांगे लेड बन जाएगा सैकेंड फॉर्म। सो वट कंडीशन डिड दी कर्नल ले डाउन फॉर लेटिंग हुई बी इंगेज टू लॉरा, अर्थात हुई नूं लॉरा दे नाल मंगनी करन दी इजाजत देण लई कर्नल ने किहड़ी शर्त रखी। ठीक है, सो जवाब है दो दी कर्नल लाइक्ड हुई, भावें कि कर्नल हुई नूं पसंद करदा सी, उन्होंने हुई तो कोई इतराज नहीं सीगा। ठीक है, उन्होंने पसंद करदा सी, मतलब कि वो लॉरा दा पिता कर्नल। ही लेड डाउन दी कंडीशन, देखो उन्हें शर्त रखी किहड़ी, दैट के हुई शोज 10,000 पाउंड्स ऑफ हिज ओन, कि जिहड़ा हुई है वो 10,000 पाउंड अपने ਜਿਹੜੇ ਉਹਦੇ ਆਪਣੇ ਹੋਣ, ਉਹਦੀ ਮਲਕੀਅਤ ਹੋਵੇ, ਉਹ ਉਹਨੂੰ ਦਿਖਾਵੇ ਕਿ ਮੈਂ 10,000 ਪਾਉਂਡ ਦਾ ਮਾਲਿਕ ਹਾਂ। ਠੀਕ ਹੈ, ਇਫ ਹੀ ਵਾਂਟਡ ਟੂ ਗੈਟ ਇੰਗੇਜ ਟੂ ਹਿਸ ਡਾਟਰ ਲੌਰਾ, ਜੇ ਉਹ ਚਾਹੁੰਦਾ ਸੀ ਕਿ ਉਹਦੀ ਕੁੜੀ ਲੌਰਾ ਦੇ ਨਾਲ ਉਹਦਾ ਵਿਆਹ ਹੋ ਜਾਏ, ਮੰਗਣੀ ਹੋ ਜਾਏ, ਤੇ ਹੁਈ ਨੂੰ ਪਹਿਲੇ 10,000 ਕਮਾ ਕੇ ਮਤਲਬ ਕਿ ਆਪਣੇ ਦਿਖਾਣੇ ਬਣ ਗਏ ਕਿ ਦੇਖੋ ਜੀ ਮੈਂ 10,000 ਪਾਉਂਡ ਮੇਰੇ ਕੋਲ ਹੈਗੇ ਨੇ, ਇਹ ਸ਼ਰਤ ਸੀਗੀ। ਕੁਐਸਚਨ ਨੰਬਰ 4, ਵਾਈ ਡਿਡ ਐਲਨ ਟ੍ਰੈਵਰ ਲਾਈਕ ਹੁਈ ਸੋ ਮਚ। ਐਲਨ ਟ੍ਰੈਵਰ ਜਿਹੜਾ ਉਹ ਪੇਂਟਰ ਹੈਗਾ, डिड सो लाइक देखो फर्स्ट फॉर्म है, जो जवाब देवांगे लाइक आ जाएगा। वाई डिड एलन ट्रैवर लाइक सो मच, अर्थात एलन ट्रैवर हुई नूं इन्ना पसंद क्यों करता सी, एज टू लैट हिम विजिट द स्टूडियो वैन एवर ही वांटेड, कि इस हद तक पसंद करता सी कि उन्हें उन्होंने यह इजाजत दी हुई सी कि वो स्टूडियो में जदों जी चाहे आ सकता है, कोई इजाजत लैन की लोड़ नहीं। सो सवेरे दोपहरे शाम जदों ਉਹਦਾ जी करे ਉਹਦੇ स्टूडियो 'ਚ आ सकता है, भी इन्ना ਉਹਨੂੰ पसंद करता ਸੀਗਾ। ਤੇ ਕਹਿੰਦੇ ਕਿਉਂ ਕਰਦਾ ਸੀਗਾ, ਸੋ ਕਹਿੰਦੇ ਇਨੀਸ਼ੀਅਲੀ ਟ੍ਰੈਵਰ ਲਾਈਕਡ ਹੁਈ ਫॉर ਹਿਸ ਚਾਰਮ ਐਂਡ ਗੁੱਡ ਲੁਕਸ। ਪਹਿਲੇ ਤੇ ਜਦੋਂ ਉਹਨੇ ਦੇਖਿਆ ਕਿ ਉਹ ਆਰਟਿਸਟ ਸੀਗਾ, ਕਲਾਕਾਰ ਸੀਗਾ, ਤੇ ਉਹ ਜਿਹੜੇ ਆਰਟਿਸਟ ਨੇ ਉਹ ਸੋਹਣੀਆਂ ਚੀਜ਼ਾਂ ਨੂੰ ਪਸੰਦ ਕਰਦੇ ਨੇ, ਤੇ ਜਿਹੜਾ ਹੁਈ ਸੀਗਾ ਉਹ ਸੋਹਣਾ ਸੁਨੱਖਾ ਸੀਗਾ। ਸੋ ਪਹਿਲੇ ਤੇ ਇਨੀਸ਼ੀਅਲੀ ਟ੍ਰੈਵਰ ਲਾਈਕਡ ਹੁਈ ਫॉर ਹਿਸ ਚਾਰਮ ਐਂਡ ਗੁੱਡ ਲੁਕਸ, ਉਹਦੇ ਸੋਹਣੇ ਨੈਣ ਨਕਸ਼ ਤੇ ਉਹਦੀ ਜਾਦੂਈ ਖਿੱਚ ਕਰਕੇ ਉਹਨੇ ਉਹਨੂੰ ਪਸੰਦ ਕੀਤਾ। ਲੇਟਰ ਪਰ ਮਗਰੋਂ ਹੀ ਲਾਈਕਡ ਹਿਮ ਸੋ ਮਚ, ਪਰ ਮਗਰੋਂ ਉਹਨੂੰ ਹੋਰ ਜ਼ਿਆਦਾ ਇੱਥੇ ਤੱਕ ਪਸੰਦ ਕੀਤਾ, ਫॉर ਹਿਸ ਬ੍ਰਾਈਟ ਐਂਡ ਬੁਆਇੰਟ ਸਪਿਰਿਟ। ਬੁਆਇੰਟ ਹੁੰਦੀ ਹੈ ਮਨੇ ਉੱਪਰ ਨੂੰ ਉੱਠਦੀ ਹੋਈ, ਅਰਥਾਤ ਖੁੱਲਾ ਡੁੱਲਾ, ਉਹਦਾ ਜੋ ਖੁੱਲਾ ਡੁੱਲਾ ਸੁਭਾਅ ਸੀ। ਬ੍ਰਾਈਟ ਮਨੇ ਖੁਸ਼ ਮਿਜਾਜੀ, ਉਹ ਖੁਸ਼ ਮਿਜਾਜ ਸੀ। ਬੁਆਇੰਟ ਸਪਿਰਿਟ ਬੜਾ ਮਤਲਬ ਕਿ ਉਹ ਖੁੱਲੇ ਸੁਭਾਅ ਦਾ ਸੀਗਾ। ਐਂਡ ਜਨਰਸ ਦਾਨੀ ਸੁਭਾਅ ਦਾ ਸੀਗਾ। ਰੈਕਲੈਸ ਮਨੇ ਬੇਪਰਵਾਹ ਉਹਦੀ ਬਿਰਤੀ ਸੀਗੀ। ਉਹਦੀ ਇਹ ਜਿਹੜੀਆਂ ਟ੍ਰੇਟ ਸੀਗੇ, ਉਹਦੀ ਜਿਹੜੀਆਂ ਇਹ ਖੂਬੀਆਂ ਸੀਗੀਆਂ, ਉਸ ਕਰਕੇ ਉਹਨੂੰ ਇੰਨਾ ਪਸੰਦ ਕੀਤਾ। ਸੋ ਹੀ ਅਲਾਉਡ ਹਿਮ ਟੂ ਵਿਜ਼ਿਟ ਹਿਸ ਸਟੂਡੀਓ ਵੈਨ ਐਵਰ ਹੀ ਵਾਂਟਡ, ਇਸ ਕਰਕੇ ਉਹਨੇ ਉਹਨੂੰ ਇਸ ਗੱਲ ਦੀ ਇਜਾਜ਼ਤ ਦੇ ਦਿੱਤੀ ਕਿ ਜਦੋਂ ਮਰਜ਼ੀ ਚਾਹੇ ਉਹਦੇ ਸਟੂਡੀਓ ਵਿੱਚ ਆ ਸਕਦਾ ਸੀ। ਕੁਐਸਚਨ ਨੰਬਰ 5, ਵਾਈ ਡਿਡ ਹੁਈ ਥਿੰਕ, ਅਰਥਾਤ ਹੁਈ ਨੇ ਕਿਉਂ ਸੋਚਿਆ, that Trevor's model was an amazing one, कि ट्रैवर का जोड़ा मॉडल सीगा वो बहुत सरप्राइजिंग, बहुत हैरान करने वाला सीगा, बड़ा प्रभावशाली सीगा। सो ट्रैवर्स मॉडल वाज अ विदर्ड ओल्ड मैन, विदर्ड मैंने विजनड, श्रिवल्ड मतलब कि मुरझाया होया, कमज़ोर होया होया। सो ट्रैवर्स मॉडल वाज अ विदर्ड ओल्ड मैन, एक माड़चू जिहा बजुर्ग आदमी सी। विद अ रिंकल्ड फेस, रिंकल होंदी है ਝੁਰੜੀ, ਰਿੰਕਲਸ ਝੁਰੜੀਆਂ, ਤੇ ਰਿੰਕਲਡ ਝੁਰੜੀਆਂ ਨਾਲ ਭਰਿਆ ਹੋਇਆ। ਇਹ ਵਿਦ ਅ ਰਿੰਕਲਡ ਫੇਸ ਅਰਥਾਤ ਝੁਰੜੀਆਂ ਨਾਲ ਭਰਿਆ ਹੋਇਆ ਉਹਦਾ ਚਿਹਰਾ ਸੀ। ਐਂਡ ਅ ਮੋਸਟ ਪੈਥੇਟਿਕ ਐਕਸਪ੍ਰੈਸ਼ਨ, ਐਕਸਪ੍ਰੈਸ਼ਨ ਮਨੇ ਹਾਵ ਭਾਵ, ਉਹਦੇ ਚਿਹਰੇ ਤੇ ਪੈਥੇਟਿਕ ਮਨੇ ਬਹੁਤ ਤਰਸਯੋਗ, ਬਹੁਤ ਖਸਤਾ, ਮਤਲਬ ਕਿ ਬਹੁਤ ਜ਼ਿਆਦਾ ਖਸਤਾ ਉਹਦੇ ਚਿਹਰੇ ਤੇ ਹਾਵ ਭਾਵ ਸੀ, ਵੀ ਉਹਦੀ ਇੰਨੀ ਹਾਲਤ ਖਸਤਾ ਲੱਗਦੀ ਸੀ। ਇੰਨਾ ਵਧੀਆ ਉਹਨੇ ਮਤਲਬ ਕਿ ਡਰੈਸਅਪ ਕੀਤਾ ਹੋਇਆ ਸੀਗਾ ਉਹਦਾ ਰੋਲ ਅਦਾ ਕਰਨ ਲਈ ਬੈਗਰ ਦਾ। ही हैड अ टैटर्ड क्लोक, क्लोक ਹੁੰਦਾ ਹੈ ਕੱਪੜਾ ਢੱਕਣ ਵਾਲਾ। ਸੋ ਆਮ ਤੌਰ ਤੇ ਕਿਸੇ ਵੀ ਚੀਜ਼ ਨੂੰ ਢੱਕਣ ਲਈ ਅਸੀਂ ਕੱਪੜਾ ਵਰਤਦੇ ਨੂੰ ਕਲੋਕ ਕਹਿ ਦਿੰਦੇ ਹਾਂ। ਤੇ ਸਰੀਰ ਦੇ ਉੱਤੇ ਅਸੀਂ ਜਿਹੜੇ ਕਲੋਕ ਕਹਿੰਦੇ ਆ ਵਰਤਦੇ ਹਾਂ, ਤੇ ਉਹ ਸਟੋਲ ਹੋ ਸਕਦਾ, ਕੋਈ ਸ਼ਾਲ ਹੋ ਸਕਦਾ ਹੈ, ਖੇਸੀ ਹੋ ਸਕਦੀ ਹੈ, ਲੋਈ ਹੋ ਸਕਦੀ ਹੈ। ਮਤਲਬ ਕਿ ਕਲੋਕ ਨੂੰ ਅਸੀਂ ਕੁੜਤਾ ਜਾਂ ਬਟਨ ਵਗੈਰਾ ਜਿਹੜੇ ਹੁੰਦੇ ਉਹ ਨਹੀਂ ਕਹਿ ਸਕਦੇ, ਇਹ ਖੁੱਲਾ ਹੁੰਦਾ ਚਾਦਰਾ ਜਿਹਾ, ਜਿੱਦਾਂ ਬੰਦਾ ਮੜਾਸਾ ਮਾਰ ਲਵੇ, ਸੌਰੀ ਮੜਾਸਾ ਨਹੀਂ, ਮਤਲਬ ਕਿ ਲੋਈ ਲੈ ਲਵੇ
ਖੇਸ ਲੈ ਲਵੇ ਆਪਣੇ ਨੂੰ ਢੱਕਣ ਲਈ। ਸੋ ਉਹਦਾ ਜਿਹੜਾ ਕਲੋਕ ਸੀਗਾ, ਇੱਦਾਂ ਦਾ ਖੇਸ ਸੀਗਾ ਜਿਹੜਾ ਟੈਟਡ ਮੈਨੇ ਲੀਰੋ ਲੀਰ ਹੋਇਆ ਸੀਗਾ, ਟੈਟਡ ਮੈਨੇ ਫਟਿਆ ਪੁਰਾਣਾ ਸੀਗਾ। ਓਵਰ ਹੀ ਸ਼ੋਲਡਰ, ਉਹਦੇ ਮੋਢੇ ਤੇ ਉਹਨੇ ਸੁੱਟਿਆ ਸੀ। ਐਂਡ ਵੋਰ ਥਿਕ ਪੈਚਡ ਬੂਟਸ, ਤੇ ਉਹਨੇ ਮੋਟੇ ਤੇ ਪੈਚ ਮੈਨੇ ਟਾਕੀਆਂ ਨਾਲ ਭਰੇ ਹੋਏ, ਪੈਚ ਹੁੰਦਾ ਟਾਕੀ, ਪੈਚ ਮੈਨੇ ਟਾਕੀਆਂ ਨਾਲ ਭਰੇ ਹੋਏ, ਅਰਥਾਤ ਜਿਹੜੇ ਉਹਦੇ ਬੂਟ ਸੀ ਉਹ ਵੀ ਮੋਟੇ ਟੁੱਟੇ ਭੱਜੇ ਤੇ ਉੱਤੇ ਟਾਕੀਆਂ ਉੱਤੇ ਮੁਰੰਮਤ ਕੀਤੀ ਹੋਈ ਸੀਗੀ। ਹੀ ਲੈਂਟ ਔਨ ਅ ਰਫ ਸਟਿਕ, ਉਹਨੇ ਝੁੱਕ ਕੇ ਇੱਕ ਰੁੱਖੀ ਜਿਹੀ ਡੰਗੋਰੀ ਦੇ ਉੱਤੇ, ਰੁੱਖੀ ਜਿਹੀ ਸੋਟੀ ਦੇ ਉੱਤੇ ਸਹਾਰਾ ਲਿਆ ਹੋਇਆ ਸੀਗਾ। ਹੀ ਲੈਂਟ ਔਨ, ਲੀਨ ਮੈਨੇ ਉਹਦੇ ਝੁੱਕ ਕੇ ਸਹਾਰਾ ਲੈਣਾ, ਲੈਂਟ ਮੈਨੇ ਸਹਾਰਾ ਲਿਆ, ਲੀਨ ਦੀ ਸੈਕਿੰਡ ਫਾਰਮ ਹੈ ਲੈਂਟ। ਹੀ ਲੈਂਟ ਔਨ ਅ ਰਫ ਸਟਿਕ ਵਿਦ ਵਨ ਹੈਂਡ, ਇੱਕ ਹੱਥ ਦੇ ਨਾਲ, ਐਂਡ ਹੈਲਡ ਆਊਟ ਮੈਨੇ ਬਾਹਰ ਅੱਡਣਾ, ਮਤਲਬ ਕਿ ਹੱਥ ਬਾਹਰ ਅੱਡਣਾ। ਹੈਲਡ ਆਊਟ ਅ ਬੈਟਰਡ ਹੈਟ, ਤੇ ਬੈਟਰਡ ਮੈਨੇ ਖਸਤਾ ਹਾਲਤ ਕੀਤੀ ਹੋਈ, ਮਤਲਬ ਕਿ ਟੁੱਟੀ ਭੱਜੀ, ਡੈਮੇਜਡ ਹੈਟ ਟੋਪੀ, ਤੇ ਉਹਨੇ ਬਾਹਰ ਆਪਣੇ ਹੱਥ, ਦੂਜੇ ਹੱਥ ਦੇ ਨਾਲ ਇਹਦਾ ਟੋਪੀ ਬਾਹਰ ਅੱਡੀ ਹੋਈ ਸੀਗੀ, ਮਤਲਬ ਕਿ ਜਿੱਦਾਂ ਬੰਦਾ ਹੱਥ ਅੱਗੇ ਅੱਡ ਕੇ ਮੰਗਦਾ ਤੇ ਹੱਥ ਵਿੱਚ ਕਈ ਵਾਰ ਉਹ ਠੂਠਾ ਹੁੰਦਾ, ਕੋਈ ਕੌਲੀ ਜਿਹੀ ਹੁੰਦੀ ਹੈ ਜਾਂ ਟੋਪੀ, ਤੇ ਉਹਨੇ ਟੋਪੀ ਫੜੀ ਹੋਈ ਸੀਗੀ। ਉਹ ਟੋਪੀ ਵੀ ਬੈਟਰਡ ਸੀ, ਮਤਲਬ ਡੈਮੇਜਡ, ਫਟੀ ਪੁਰਾਣੀ ਟੋਪੀ ਸੀਗੀ। ਹੈਲਡ ਆਊਟ ਆ ਬੈਟਰਡ ਹੈਂਡ ਇਨ ਦੀ ਅਦਰ ਮੈਨੇ ਦੂਜੇ ਹੱਥ ਵਿੱਚ, ਇੱਕ ਹੱਥ ਨਾਲ ਡੰਗੋਰੀ ਤੇ ਸਹਾਰਾ ਲਿਆ ਸੀ ਤੇ ਦੂਜਾ ਹੱਥ ਉਹਨੇ ਅੱਡ ਕੇ ਬਾਹਰ ਕੀਤਾ ਸੀ ਤੇ ਉਹਦੇ ਵਿੱਚ ਟੋਪੀ ਸੀਗੀ। ਤੇ ਫॉर ਆਰਮਸ ਕੀ ਹੁੰਦਾ, ਖੈਰ। ਜਿਹੜੇ ਬੰਦੇ ਕੋਈ 1-2 ਸਿੱਕੇ, ਰੁਪਈਆ 2 ਰੁਪਈਏ, 5 10 ਮੰਗਤਿਆਂ ਨੂੰ ਪਾਉਂਦਾ ਹੈ, ਅਸੀਂ ਉਹਨੂੰ ਕਹਿੰਦੇ ਹਾਂ ਆਰਮਸ। ਸੋ ਉਹ ਆਰਮਸ ਲਈ, ਮਤਲਬ ਕਿ ਉਹ ਖੈਰ ਲਈ ਉਹਨੇ ਟੋਪੀ ਅੱਗੇ ਕੀਤੀ ਹੋਈ ਸੀਗੀ। ਦੈਟ ਇਜ਼ ਵਾਈ ਹੀ ਕਾਲਡ ਦੀ ਮਾਡਲ ਐਂਡ ਅਮੇਜ਼ਿੰਗ ਵਨ, ਇਸ ਕਰਕੇ ਜਿਹੜਾ ਦ੍ਰਿਸ਼ ਦੇਖਿਆ ਉਹਨੇ ਵੀ ਬਿਲਕੁਲ ਜਿੱਦਾਂ ਇੱਕ ਟਿਪੀਕਲ ਮੰਗਤਾ ਹੁੰਦਾ ਹੈ, ਬਹੁਤ ਬੁਰੀ ਹਾਲਤ, ਝੁਰੜੀਆਂ ਨਾਲ ਮੂੰਹ ਭਰਿਆ ਹੋਇਆ, ਚਿਹਰੇ ਤੇ ਬਹੁਤ ਖਸਤਾ ਹਾਲਤ ਦੇ ਹਾਵ ਭਾਵ ਹੈਗੇ ਨੇ, ਕਮਜ਼ੋਰ ਹੈਗਾ, ਰੁੱਖੀ ਜਿਹੀ ਸੋਟੀ ਹੈਗੀ ਏ, ਟੁੱਟੀ ਭੱਜੀ ਉਹਦੀ ਟੋਪੀ ਹੈਗੀ ਏ, ਉਹਦਾ ਕਲੋਕ ਜਿਹੜਾ ਹੈਗਾ, ਉਹਦਾ ਜੋ ਖੇਸ ਹੈਗਾ ਉਹ ਵੀ ਸਾਰਾ ਲੀਰੋ ਲੀਰ ਹੋਇਆ ਪਿਆ ਹੈਗਾ, ਬੂਟਾਂ ਨੇ ਟਾਕੀਆਂ ਲੱਗੀਆਂ ਹੋਈਆਂ। ਦੈਟ ਇਜ਼ ਵਾਈ ਹੀ ਕਾਲਡ ਦੀ ਅਮੇਜ਼ਿੰਗ ਮਾਡਲ ਐਂਡ ਅਮੇਜ਼ਿੰਗ ਵਨ, ਇਸ ਕਰਕੇ ਉਹਨੇ ਮਾਡਲ ਨੂੰ ਕਿਹਾ ਵੀ ਤੇ ਵਾਹ ਯਾਰ ਕਮਾਲ ਏ, ਉਹਨੂੰ ਦੇਖ ਕੇ ਮੂੰਹ ਅੱਡਿਆ ਰਹਿ ਗਿਆ ਹੈ। ਅੱਗੇ ਚਲੀਏ। ਕੁਐਸਚਨ ਨੰਬਰ 6, ਡਿਡ ਟ੍ਰੈਵਰ ਥਿੰਕ ਹਾਈਲੀ ਆਫ ਹਿਸ ਮਾਡਲ, ਕੀ ਟ੍ਰੈਵਰ ਜਿਹੜਾ ਸੀਗਾ ਉਹ ਆਪਣਾ ਪੇਂਟਰ, ਉਹਦੇ ਮਨ ਵਿੱਚ ਆਪਣੇ ਮਾਡਲ ਦੇ ਪ੍ਰਤੀ ਬਹੁਤ ਇੱਕ ਉੱਚਾ ਵਿਚਾਰ ਸੀਗਾ। ਹਾਊ ਡੂ ਯੂ ਨੋ, ਤੁਸੀਂ ਕਿਵੇਂ ਜਾਣਦੇ ਹੋ। ਯੈਸ ਟ੍ਰੈਵਰ ਥਾਟ, ਇਹ ਦੇਖੋ ਡਿਡ ਹੈਗਾ ਨਾ, ਡਿਡ ਤੇ ਥਿੰਕ, ਤੇ ਇਸ ਕਰਕੇ ਥਿੰਕ ਦਾ ਬਣ ਗਿਆ ਥਾਟ। ਯੈਸ ਟ੍ਰੈਵਰ ਥਾਟ ਹਾਈਲੀ ਆਫ ਹਿਸ ਮਾਡਲ, ਪਹਿਲੀ ਗੱਲ ਤੇ ਇਹ ਵੀ ਜਵਾਬ ਇਹਦਾ ਹੋ ਗਿਆ। ਹੁਣ ਕਿੱਦਾਂ, ਕਿਉਂ, ਬੀਇੰਗ ਅ ਮਿਲੀਅਨਰ, ਕਿਉਂਕਿ ਇੱਕ ਲੱਖਪਤੀ ਹੋਣ ਕਰਕੇ। ਮਿਲੀਅਨ ਹੁੰਦਾ ਬੱਚਿਓ ਜੇ ਇੱਕ ਦੇ ਨਾਲ 6 ਸਿਫਰ ਲੱਗ ਜਾਣ ਤੇ ਅਸੀਂ ਉਹਨੂੰ ਮਿਲੀਅਨ ਕਹਿੰਦੇ ਹਾਂ। ਜਿਹੜੀ ਸਾਡੀ ਪੰਜਾਬੀ ਗਿਣਤੀ ਹੈ ਉਹ 'ਚ ਅਸੀਂ ਇੱਕ ਦੇ ਨਾਲ 5 ਸਿਫਰ ਲਾਉਂਦੇ ਹਾਂ ਤੇ ਅਸੀਂ ਕਹਿੰਦੇ ਹਾਂ ਲੱਖ, ਤੇ ਮਿਲੀਅਨ ਵਿੱਚ 6 ਜ਼ੀਰੋ ਹੁੰਦੀ ਹੈ ਤੇ ਇੱਕ ਮਿਲੀਅਨ ਦਾ ਹੋ ਗਿਆ 10 ਲੱਖ। ਸੋ ਮਿਲੀਅਨਰ ਦਾ ਮਤਲਬ ਹੋ ਗਿਆ ਲੱਖਪਤੀ, ਅਰਥਾਤ ਜਿਹਦੇ ਕੋਲ 10 ਲੱਖ ਤੋਂ ਜ਼ਿਆਦਾ ਕਰੰਸੀ ਹੈ, ਤੇ ਉੱਥੇ ਤੇ ਪਾਉਂਡ ਸੀਗੇ, ਅਰਥਾਤ 10 ਲੱਖ ਤੋਂ ਵੱਧ ਪਾਉਂਡ ਦਾ ਮਾਲਿਕ। ਹਾਲਾਂਕਿ ਅੱਜ ਦੀ ਤਰੀਕ ਵਿੱਚ ਮਿਲੀਅਨਰ ਕੋਈ ਵੱਡੀ ਗੱਲ ਨਹੀਂ, ਪਰ ਬੱਚਿਓ ਇਹ ਕਹਾਣੀ ਕਦੋਂ ਦੀ ਲਿਖੀ ਹੋਈ ਹੈ, ਇਹ ਕਹਾਣੀ 19ਵੀਂ ਸਦੀ ਦੇ ਅੱਧ ਦੀ ਹੈ, ਠੀਕ ਹੈ ਨਾ, 1800 ਕੁਛ ਦੀ, 1860-70 ਦੀ, ਜਿਹੜਾ ਲੈਟਰ ਹਾਫ ਜਿਹੜਾ ਹੈਗਾ, ਮਤਲਬ ਉਹਦਾ ਅਗਰ ਅਗਲੇਰਾ ਜਿਹੜਾ ਮਗਰਲਾ ਜਿਹੜਾ ਅੱਧ ਹੈਗਾ 19ਵੀਂ ਸਦੀ ਦਾ, ਉਹਦੇ ਵਿੱਚ। ਤੇ ਉਦੋਂ ਤੇ ਬੱਚੋ ਉਦੋਂ ਦੇ ਲੱਖਪਤੀ ਜਿਹੜੇ ਅੱਜ ਦੇ ਖਰਬਾਂਪਤੀ ਦੇ ਬਰਾਬਰ ਸੀਗੇ, ਠੀਕ ਹੈ। ਸੋ ਬਹੁਤ ਅਮੀਰ ਸੀਗਾ ਉਹ ਜਿਹੜਾ ਬੈਗਰ ਸੀਗਾ, ਬੈਗਰ ਦਾ ਜੋ ਰੋਲ ਕਰ ਰਿਹਾ ਸੀ, ਬੀਇੰਗ ਅ ਮਿਲੀਅਨਰ, ਕਿਉਂ ਉਹਦਾ ਸਤਿਕਾਰ ਸੀ ਉਹਦੇ ਮਨ ਵਿੱਚ, ਪੇਂਟਰ ਦੇ ਮਨ ਵਿੱਚ ਆਪਣੇ ਮਾਡਲ ਦੇ ਬਾਰੇ ਇੰਨਾ ਕਿਉਂ ਉਹਦਾ ਮਨ ਵਿੱਚ ਉਹਦਾ ਉੱਚਾ ਸਥਾਨ ਸੀਗਾ। ਕਹਿੰਦੇ ਬੀਇੰਗ ਅ ਮਿਲੀਅਨਰ, ਮਤਲਬ ਕਿ ਇੱਕ ਲੱਖਪਤੀ ਹੋਣ ਕਰਕੇ, ਦੀ ਮਾਡਲ ਲੁਕਡ ਥਰੂ ਐਂਡ ਥਰੂ ਅ ਰੀਅਲ ਬੈਗਰ, ਵੀ ਉਹਨੂੰ ਕੋਈ ਫੂੰ ਫਾਂ ਨਹੀਂ ਸੀਗੀ ਇਸ ਗੱਲ ਦੀ ਕਿ ਮੈਂ ਤੇ ਲੱਖਾਂਪਤੀ ਹੈਗਾ, ਤੂੰ ਮੈਨੂੰ ਮੰਗਤੇ ਦੀ ਮੇਰੀ ਤਸਵੀਰ ਬਣਾ ਤੇ ਮੈਂ ਇੱਦਾਂ ਲੱਗਾ ਤੇ ਮੈਂ ਇੱਦਾਂ ਲੱਗਾ। ਤੇ ਥਰੂ ਐਂਡ ਥਰੂ ਹੁੰਦਾ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ, ਹਰ ਪੱਖ ਤੋਂ। ਕੋਈ ਵੀ ਐਸਾ ਪੱਖ ਸੀ ਜਿੱਧਰੋਂ, ਕੋਈ ਵੀ ਐਸਾ ਪੱਖ ਨਹੀਂ ਸੀ ਜਿੱਥੋਂ ਉਹ ਨਾ ਲੱਗੇ ਕਿ ਉਹ ਮੰਗਤਾ ਨਹੀਂ ਹੈਗਾ। ਦੀ ਮਾਡਲ ਲੁਕਡ ਥਰੂ ਐਂਡ ਥਰੂ, ਇਹ ਲਿਖ ਲਓ ਬੱਚਿਓ, ਥਰੂ ਐਂਡ ਥਰੂ ਦਾ ਮਤਲਬ ਹੁੰਦਾ ਹੈ ਇਹ ਥੋਰੋਲੀ ਜਾਂ ਥਰੂ ਆਊਟ, ਆ ਰੀਅਲ ਬੈਗਰ, ਬਿਲਕੁਲ ਅਸਲੀ ਮੰਗਤਾ ਜਾਪਦਾ ਸੀ। ਟ੍ਰੈਵਰ ਸੈਡ ਦੈਟ ਹੀ ਵਾਜ਼ ਨਾਟ ਜਸਟ ਐਨ ਇੰਪ੍ਰੈਸਿਵ ਮਾਡਲ, ਤੇ ਟ੍ਰੈਵਰ ਨੇ ਇੱਥੇ ਤੱਕ ਕਹਿਤਾ ਕਿ ਉਹ ਸਿਰਫ ਇੱਕ ਪ੍ਰਭਾਵਸ਼ਾਲੀ ਮਾਡਲ ਹੀ ਨਹੀਂ ਸੀ, ਹੀ ਵਾਜ਼ ਇਨ ਫੈਕਟ, ਅਸਲ ਵਿੱਚ ਉਹ ਸੀ ਅ ਰੇਅਰ ਡਿਸਕਵਰੀ, ਉਹ ਤੇ ਇੱਕ ਦੁਰਲਭ ਖੋਜ ਸੀ, ਦੁਰਲਭ ਲੱਭਤ ਸੀ ਜਿਹੜੀ ਉਹਨੂੰ ਮਿਲ ਗਈ ਸੀ। He thought of him as a living Velasquez, ਉਹਨੇ
ਉਹਦੇ ਬਾਰੇ ਸੋਚਦਾ ਸੀ ਅਤੇ ਜੀਂਦਾ ਜਾਗਦਾ ਵੈਲਸਕੁਇਸ ਹੈ। ਵੈਲਸਕੁਇਸ ਇੱਕ ਬੜਾ ਮਸ਼ਹੂਰ ਪੁਰਾਣੇ ਜ਼ਮਾਨੇ ਦਾ ਸਪੈਨਿਸ਼ ਪੇਂਟਰ ਸੀਗਾ। ਜਿੱਦਾਂ ਅਸੀਂ ਆਮ ਬੰਦੇ ਤਗੜੇ ਬੰਦੇ ਨੂੰ ਉਪਮਾ ਦੇ ਦਿੰਦੇ ਹਾਂ ਵੀ ਇਹ ਤੇ ਦਾਰਾ ਸਿੰਘ ਹੈਗਾ, ਜਿਹੜਾ ਬੰਦਾ ਬਹੁਤ ਤੇਜ਼ ਦੌੜਦਾ ਹੋਵੇ ਅਸੀਂ ਉਹਨੂੰ ਕਹਿ ਦਿੰਦੇ ਹਾਂ ਤੇ ਮਿਲਖਾ ਸਿੰਘ ਹੈਗਾ। ਸੋ ਪੇਂਟਿੰਗ ਦੇ ਵਿੱਚ ਵੈਲਸਕੁਇਸ ਦਾ ਇੱਕ ਮੁਹਾਵਰਾ ਹੈਗਾ, ਅਲੰਕਾਰ ਹੈਗਾ, ਤੇ ਹੀ ਥਾਟ ਆਫ ਹਿਮ ਐਜ਼ ਅ ਲਿਵਿੰਗ ਵੈਲਸਕੁਇਸ। ਇਦਾਂ ਇੰਨਾ ਸਤਿਕਾਰ ਨੂੰ ਦਿੰਦਾ ਸੀ। ਸੋ ਕੁਐਸਚਨ ਨੰਬਰ 7, ਹੀ ਕੌਣ ਹੈ? ਹੁਈ ਗॉट ਅ ਚਾਰਮਿੰਗ ਸਕੋਲਡਿੰਗ ਫॉर ਹਿਜ਼ ਐਕਸਟਰਾਵੈਗੈਂਸ। ਐਕਸਟਰਾਵੈਗੈਂਸ ਹੁੰਦਾ ਹੈ ਹੱਦ ਤੋਂ ਬਾਹਰ ਜਾ ਕੇ ਕੀਤਾ ਹੋਇਆ ਕੰਮ, ਜਾਂ ਅਸੀਂ ਇੱਥੇ ਕਵਾਂਗੇ ਇਸ ਸੰਦਰਭ ਵਿੱਚ ਕਵਾਂਗੇ ਫਿਜ਼ੂਲ ਖਰਚੀ। ਵੀ ਬੰਦੇ ਦੀ ਸਮਰੱਥਾ ਨਹੀਂ ਹੈਗੀ, ਸਮਰੱਥਾ ਤੋਂ ਬਾਹਰ ਜਾ ਕੇ ਖਰਚਾ ਕਰਨਾ ਉਹਨੂੰ ਕਹਿੰਦੇ ਫਜ਼ੂਲ ਖਰਚੀ। ਸਕੋਲਡਿੰਗ, ਸਕੋਲਡ ਹੁੰਦਾ ਹੈ ਕੋਈ, ਸਕੋਲਡ ਜਿਹੜਾ ਸ਼ਬਦ ਹੈ, ਸਕੋਲਡ ਦਾ ਮਤਲਬ ਹੁੰਦਾ ਹੈ ਝੜਕ ਮਾਰਨੀ, ਤੇ ਸਕੋਲਡ, ਸਕੋਲਡਡ ਝੜਕ ਮਾਰੀ ਸੈਕਿੰਡ ਫਾਰਮ, ਤੇ ਸਕੋਲਡਿੰਗ ਝੜਕ ਮਾਰਨ ਦੀ ਕਿਰਿਆ ਜਾਂ ਝੜਕ, ਠੀਕ ਹੈ। ਹੀ ਗॉट ਅ ਚਾਰਮਿੰਗ ਸਕੋਲਡਿੰਗ ਫॉर ਹਿਜ਼ ਐਕਸਟਰਾਵੈਗੈਂਸ। ਉਹਨੂੰ, ਹੁਈ ਨੂੰ ਆਪਣੇ ਇਸ ਫਿਜ਼ੂਲ ਖਰਚੀ ਵਾਸਤੇ ਇੱਕ ਮਨਮੋਹਣੀ, ਚਾਰਮਿੰਗ ਮਾने ਪਿਆਰੀ ਜੀ, ਮਨਮੋਹਣੀ ਝੜਕ ਮਿਲੀ। ਹੂ ਸਕੋਲਡਡ ਹੁਈ, ਕਿਹਨੇ ਹੁਈ ਨੂੰ ਝਿੜਕਿਆ। ਵਟ ਵਾਜ਼ ਹੁਈਜ਼ ਐਕਸਟਰਾਵੈਗੈਂਸ, ਹੁਈਜ਼ ਦੀ ਐਕਸਟਰਾਵੈਗੈਂਸ ਉਹ ਫਜ਼ੂਲ ਖਰਚੀ ਕਿਹੜੀ ਸੀਗੀ। ਵਾਈ ਵਾਜ਼ ਹੁਈ ਸਕੋਲਡਡ, ਹੁਈ ਨੂੰ ਕਿਉਂ ਝਿੜਕਿਆ ਗਿਆ। ਵਾਈ ਇਜ਼ ਦੀ ਸਕੋਲਡਿੰਗ ਡਿਸਕ੍ਰਾਈਬਡ ਐਜ਼ ਚਾਰਮਿੰਗ, ਜਿਹੜੀ ਇਹ ਝਿੜਕ ਹੈ ਇਹਨੂੰ ਮਨਮੋਹਣੀ ਕਿਉਂ ਬਿਆਨਿਆ ਗਿਆ ਹੈ, ਠੀਕ ਹੈ। ਆਓ ਦੇਖੀਏ ਹੁਣ। ਲੌਰਾ ਸਕੋਲਡਡ ਹੁਈ, ਲੌਰਾ ਜਿਹੜੀ ਉਹਦੀ ਬਿਲੀਵਡ ਸੀ, ਉਹਦੀ ਮਹਿਬੂਬਾ ਸੀ, ਉਹਦੀ ਗਰਲਫ੍ਰੈਂਡ ਸੀ, ਉਹਨੇ, ਲੌਰਾ ਨੇ ਸਕੋਲਡਡ ਹੁਈ। ਇਹ ਜਵਾਬ ਆ ਗਿਆ ਹੂ ਸਕੋਲਡਡ ਹੁਈ। ਸੋ ਲੌਰਾ ਨੇ ਹੁਈ ਨੂੰ ਝੜਕ ਮਾਰੀ, ਤੇ ਕੀ ਕਾਰਨ ਸੀਗਾ। ਵਟ ਵਾਜ਼ ਹੁਈਜ਼ ਐਕਸਟਰਾਵੈਗੈਂਸ, ਹੁਈਜ਼ ਐਕਸਟਰਾਵੈਗੈਂਸ ਵਾਜ਼ ਦੈਟ, ਉਹਦੀ ਫਿਜ਼ੂਲ ਖਰਚੀ ਇਹ ਸੀ, ਹੀ ਹੈਡ ਗਿਵਨ ਹਿਜ਼ ਓਨਲੀ ਸੋਵਰਨ, ਇੱਕੋ ਇੱਕ ਜਿਹੜਾ ਕੋਈ ਸੋਵਰਨ। ਸੋਵਰਨ ਦਾ ਕੀ ਮਤਲਬ ਹੈ? ਸੋਵਰਨ ਦੇ ਦੋ ਤਿੰਨ ਮਤਲਬ ਹੁੰਦੇ ਨੇ। ਇੱਕ ਜੋ ਰਾਜਾ ਹੁੰਦਾ ਹੈ, ਖੁਦ ਮੁਖਤਿਆਰ ਹੁੰਦਾ ਹੈ ਕਿਸੇ ਖਿੱਤੇ ਦਾ, ਉਹਨੂੰ ਵੀ ਸੋਵਰਨ ਕਹਿ ਦਿੰਦੇ ਆ। ਜਿਹੜਾ ਇੱਕ ਦੇਸ਼ ਆਪਣੀ ਖੁਦ ਮੁਖਤਿਆਰੀ ਕਰਦਾ ਹੈ, ਆਪਣੇ ਆਪ 'ਚ ਆਜ਼ਾਦ ਹੁੰਦਾ, ਉਹਨੂੰ ਵੀ ਸੋਵਰਨ ਕਹਿ ਦਿੰਦੇ ਆ। ਪਰ ਪੁਰਾਣੇ ਜ਼ਮਾਨੇ ਵਿੱਚ ਜੋ ਗ੍ਰੇਟ ਬ੍ਰਿਟੇਨ ਸੀਗਾ, ਉਹਦੇ ਵਿੱਚ ਜਿਹੜਾ ਸੋਨੇ ਦਾ ਸਿੱਕਾ ਹੁੰਦਾ ਸੀਗਾ 1 ਪਾਉਂਡ ਦੇ ਬਰਾਬਰ, ਉਹਨੂੰ ਵੀ ਸੋਵਰਨ ਕਿਹਾ ਜਾਂਦਾ ਸੀ। ਕਿਉਂਕਿ ਪੁਰਾਣੇ ਜ਼ਮਾਨੇ ਦੀ 19ਵੀਂ ਸਦੀ ਦੀ ਕਹਾਣੀ ਹੈ, ਤੇ ਇੱਥੇ ਪਾਉਂਡ ਸ਼ਬਦ ਵੀ ਵਰਤਿਆ ਗਿਆ ਤੇ ਸੋਵਰਨ ਵੀ ਵਰਤਿਆ ਗਿਆ। ਉਦੋਂ ਸਿੱਕੇ ਵੀ ਚੱਲਦੇ ਸੀ ਸੋਨੇ ਦੇ। ਸੋ ਸੋਵਰਨ ਦਾ ਮਤਲਬ ਹੈਗਾ ਸੋਨੇ ਦਾ ਉਹ ਸਿੱਕਾ ਜੋ 1 ਪਾਉਂਡ ਦੇ ਬਰਾਬਰ ਹੁੰਦਾ ਸੀ, ਤੇ ਉਹਦੇ ਕੋਲ ਇੱਕੋ ਇੱਕ ਸੀਗਾ। ਉਹ ਵਿਚਾਰਾ ਤੇ ਆਪ ਹੀ ਪੂਰਾ ਸੂਰਾ ਸੀਗਾ। ਹੀ ਹੈਡ ਗਿਵਨ ਹਿਜ਼ ਓਨਲੀ ਸੋਵਰਨ ਟੂ ਟ੍ਰੈਵਰਸ ਬੈਗਰ ਮਾਡਲ, ਜੋ ਟ੍ਰੈਵਰ ਪੇਂਟਰ ਦਾ ਬੈਗਰ ਮਾਡਲ ਸੀਗਾ, ਜੋ ਮੰਗਤਾ ਬਣ ਕੇ ਖੜਾ ਸੀਗਾ, ਉਹਨੇ ਤੇ ਉਹਨੂੰ ਸਮਝਿਆ ਕਿ ਸੱਚੀ ਮੁੱਚੀ ਦਾ ਮੰਗਤਾ ਹੈਗਾ। ਉਹਦੇ ਟੁੱਟੇ ਭੱਜੇ ਬੂਟ ਦੇਖੇ, ਉਹਦਾ ਲੀਰੋ ਲੀਰ ਹੋਇਆ ਉਹਦਾ ਖੇਸਾ ਦੇਖਿਆ, ਖੇਸੀ ਦੇਖੀ, ਉਹਦੀ ਟੁੱਟੀ ਭੱਜੀ ਉਹਨੇ ਟੋਪੀ ਦੇਖੀ, ਚਿਹਰੇ ਤੇ ਉਹਨੇ ਦੇਖਿਆ ਉਹਦੇ ਹਾਵ ਭਾਵ ਦੇਖੇ ਇੰਨੇ ਖਸਤਾ ਹਾਲਤ ਵਾਲੇ, ਤੇ ਉਹ ਦੇਖਿਆ ਮਾਰਚੂ ਜਿਹਾ ਹੈਗਾ, ਚਿਹਰਾ ਉਹਦਾ ਝੁਰਰੀਆਂ ਨਾਲ ਭਰਿਆ ਪਿਆ, ਤੇ ਉਹ ਤੇ ਦਇਆ ਆ ਗਈ, ਤੇ ਉਹਨੇ ਉਹਨੂੰ ਆਪਣਾ ਇੱਕੋ ਇੱਕ ਪਾਉਂਡ ਦੇ ਦਿੱਤਾ। ਇਹ ਉਹਦੀ ਸੀ ਐਕਸਟਰਾਵੈਗੈਂਸ, ਇਹ ਸੀ ਉਹਦੀ ਫਿਜ਼ੂਲ ਖਰਚੀ, ਕਿਉਂਕਿ ਉਹਦੇ ਤੇ ਆਪਣੇ ਖਰਚੇ ਪੂਰੇ ਨਹੀਂ ਹੁੰਦੇ ਸੀਗੇ। ਸ਼ੀ ਸਕੋਲਡਡ ਹਿਮ ਬਿਕੋਜ਼ ਆਫ ਹਿਜ਼ ਰੈਕਲੈਸ ਜਨਰੋਸਿਟੀ, ਉਹਨੇ ਉਹਨੂੰ ਕਿਉਂ ਝਿੜਕਿਆ, ਉਹਨੇ ਉਹਨੂੰ ਇਸ ਕਰਕੇ ਝਿੜਕਿਆ ਬਿਕੋਜ਼ ਆਫ ਹਿਜ਼, ਉਹਦੀ ਇਸ ਲਾਪਰਵਾਹੀ ਵਾਲੀ ਦਾਨੀਅਤ ਕਰਕੇ, ਲਾਪਰਵਾਹੀ ਵਾਲੀ ਖੁੱਲ੍ਹਦਿਲੀ ਕਰਕੇ। ਵੀ ਤੂੰ ਖੁੱਲ੍ਹਦਿਲ ਹੋਵੇ, ਤੂੰ ਜੇ ਲੋਕਾਂ 'ਚ ਵੰਡਣਾ ਹੈ, ਪਹਿਲੇ ਆਪਣੇ ਕੋਲ ਤੇ ਤੇਰੇ ਕੋਲ ਹੋਵੇ, ਤੂੰ ਫੇਰ ਲੋਕਾਂ 'ਚ ਵੰਡ। ਤੂੰ ਜਿਹੜਾ ਆਪਣਾ ਸੀ ਉਹੀ ਸਾਰਾ ਵੰਡਤਾ, ਕਿਉਂਕਿ ਉਹ 'ਚ ਲਿਖਿਆ ਵੀ ਹੈਗਾ, ਉਹ ਮੈਂ ਇੱਥੇ ਮੈਂਸ਼ਨ ਨਹੀਂ ਕੀਤਾ। ਉਹਨੇ ਉਸ ਲਈ ਇਹ ਸੋਚਿਆ ਕਿ ਜੇ ਮੈਂ ਉਹਨੇ ਇਹਨੂੰ ਪਾਉਂਡ ਦੇ ਦਿੱਤਾ ਤੇ ਹੁਣ ਮੈਨੂੰ 2 ਹਫ਼ਤੇ ਲਈ, ਫੋਰਟਨਾਈਟ 15 ਦਿਨਾਂ ਲਈ ਪੈਦਲ ਆਪਣੇ ਘਰ ਜਾਣਾ ਪਏਗਾ। ਹੀ ਵੁੱਡ ਨਾਟ ਬੀ ਏਬਲ ਟੂ ਹਾਇਰ ਅ ਹੈਂਸਮ, ਹੈਂਸਮ ਕੀ ਹੁੰਦਾ ਹੈ? ਇੱਕ ਘੋੜੇ ਨਾਲ ਚੱਲਣ ਵਾਲੀ ਬੱਗੀ, ਯੱਕਾ ਜਿਹਨੂੰ ਕਹਿ ਦਿੰਦੇ ਆ। ਤੇ ਉੱਤੇ ਜਿੱਦਾਂ ਅੱਜ ਕੱਲ੍ਹ ਬੰਦਾ ਬੱਸ ਤੇ, ਸਕੂਟਰ ਤੇ, ਆਪਣਾ ਟੈਕਸੀ ਤੇ ਜਾਂਦਾ, ਤੇ ਉਹਨੇ ਉਹ ਬੱਗੀ ਕਰਨੀ ਸੀ, ਤੇ ਹੁਣ ਉਹਨੂੰ ਕਿਉਂਕਿ ਉਹ 1 ਪਾਉਂਡ ਉਹਨੇ ਦੇਤਾ, ਤੇ ਉਹਨੂੰ ਹੁਣ ਪੈਦਲ ਜਾਣਾ ਪੈਣਾ ਸੀ। ਸੋ ਸ਼ੀ ਸਕੋਲਡਡ ਹਿਮ ਬਿਕੋਜ਼ ਆਫ ਹਿਜ਼ ਰੈਕਲੈਸ ਜਨਰੋਸਿਟੀ, ਇਹ ਲਾਪਰਵਾਹੀ ਵਾਲੀ ਜਿਹੜੀ ਉਹਦੀ ਖੁੱਲ੍ਹਦਿਲੀ ਹੈ ਉਹਦੇ ਕਰਕੇ ਝਿੜਕਿਆ। ਫਿਰ ਕਹਿੰਦੇ ਦੀ ਸਕੋਲਡਿੰਗ ਇਜ਼ ਡਿਸਕ੍ਰਾਈਬਡ ਐਜ਼ ਚਾਰਮਿੰਗ, ਇਸ ਝਿੜਕ ਨੂੰ ਮਨਮੋਹਣੀ ਇਸ ਕਰਕੇ ਬਿਆਨਿਆ ਗਿਆ ਹੈ ਬਿਕੋਜ਼ ਇਟ ਕੇਮ ਫਰੋਮ ਹਿਜ਼ ਬਿਲਵਡ, ਕਿਉਂਕਿ ਇਹ ਉਹਦੀ ਮਹਿਬੂਬਾ ਵੱਲੋਂ ਝਿੜਕ ਮਾਰੀ ਗਈ ਸੀ, ਉਹਦੀ ਪਿਆਰੀ ਵੱਲੋਂ ਆਈ ਸੀ, ਉਹਦੀ ਜੋ ਪਿਆਰੀ ਸੀਗੀ ਉਹਦੇ ਵੱਲੋਂ ਝਿੜਕ ਆਈ ਸੀ। ਤੇ ਦੂਜੀ ਗੱਲ ਸੀ ਐਂਡ ਹੁਈ ਵਾਜ਼ ਨਾਟ ਅ ਵੈਲ ਟੂ ਡੂ ਪਰਸਨ, ਵੈਲ ਟੂ ਡੂ ਹੁੰਦਾ ਰੱਜਿਆ ਪੁੱਜਿਆ, ਪ੍ਰੋਸਪਰਸ, ਜਿਹਦੇ ਕੋਲ ਸਾਰੇ ਸੁੱਖ ਸਾਧਨ ਹੋਣ, ਅਸੀਂ ਉਹਨੂੰ ਕਹਿ ਦਿੰਦੇ ਹਾਂ ਵੈਲ ਟੂ ਡੂ। ਤੇ ਦੂਜੀ ਗੱਲ ਹੈ, ਵੱਡੀ ਗੱਲ ਹੈ, ਜੇ ਤੇ ਉਹਦੇ ਕੋਲ ਹੁੰਦਾ ਨਾ ਵੀ 100 ਪਾਉਂਡ ਸੀਗੇ ਤੇ 1 ਪਾਉਂਡ ਦੇ ਦਿੱਤਾ, ਫਿਰ ਤੇ ਉਹਦੀ ਲੌਰਾ ਨੇ ਕੁਝ ਕਹਿਣਾ ਹੀ ਨਹੀਂ ਸੀਗਾ,
ਉਹ ਕਹਿੰਦਾ ਤੇਰੇ ਕੋਲ ਇੱਕੋ ਇੱਕ ਤੇ ਪੌਂਡ ਸੀਗਾ, ਹੁਣ ਤੂੰ ਪੈਦਲ ਜਾਏਗਾ ਘਰ, 2 ਹਫ਼ਤੇ ਲਈ ਪੈਦਲ ਜਾਣਾ ਪੈਣਾ, ਤੇਰੇ ਕੋਲ ਕਿਰਾਇਆ ਵੀ ਨਹੀਂ ਦੇ ਹੋਣਾ, ਤੇ ਤੂੰ ਸਾਰਾ ਇੱਕ ਜਿਹੜਾ ਪੌਂਡ ਤੇਰੇ ਕੋਲ ਆਪਣੇ ਲਈ ਸੀਗਾ, ਤੇਰੇ ਆਪਣੇ ਖਰਚੇ ਪੂਰੇ ਨਹੀਂ ਹੁੰਦੇ ਤੇ ਤੂੰ ਉਹਨੂੰ ਦੇ ਦਿੱਤੇ। ਸੋ ਇਸ ਕਿਸਮ ਦੀ ਝਿੜਕ ਜਿਹੜੀ ਸੀਗੀ ਪਿਆਰੀ ਜੀ, ਕਿਉਂਕਿ ਉਹ ਹੀ ਵਾਜ਼ ਨਾਟ ਅ ਵੈਲ ਟੂ ਡੂ ਪਰਸਨ, ਉਹ ਇੱਕ ਰੱਜਿਆ ਪੁੱਜਿਆ ਵੈਲ ਆਫ ਜਾਂ ਰਿਚ ਪਰਸਨ ਨਹੀਂ ਸੀ। ਫਿਰ ਕਹਿੰਦੇ ਅਗਲਾ ਕੁਐਸਚਨ, ਵਾਈ ਡਿਡ ਟ੍ਰੈਵਰ ਥਿੰਕ ਦੈਟ ਹੀ ਹੈਡ ਮੇਡ ਅ ਡੀਪ ਇੰਪ੍ਰੈਸ਼ਨ ਔਨ ਹਿਜ਼ ਓਲਡ ਮਾਡਲ। ਓਲਡ ਮਾਡਲ ਕਿਹੜਾ ਸੀਗਾ? ਬਜ਼ੁਰਗ ਮਾਡਲ, ਉਹ ਜਿਹੜਾ ਮਿਲੀਅਨਰ ਸੀ, ਜਿਹੜਾ ਮੰਗਤੇ ਦਾ ਰੋਲ ਅਦਾ ਕਰ ਰਿਹਾ ਸੀ, ਮੰਗਤੇ ਦੇ ਭੇਸ-ਭੂਸ਼ਾ ਵਿੱਚ ਆਪਣਾ ਤਸਵੀਰ ਬਣਵਾ ਰਿਹਾ ਸੀ। ਕਹਿੰਦੇ ਟ੍ਰੈਵਰ ਨੇ ਕਿਉਂ ਲੱਗਾ, ਵਾਈ ਡਿਡ ਟ੍ਰੈਵਰ ਥਿੰਕ, ਟ੍ਰੈਵਰ ਨੂੰ ਇਦਾਂ ਕਿਉਂ ਲੱਗਿਆ ਕਿ ਹੁਈ ਨੇ ਆਪਣੇ ਉਹਦਾ ਜਿਹੜਾ ਓਲਡ ਮਾਡਲ ਸੀ, ਉਹਦਾ ਮਿਲੀਅਨਰ ਸੀ, ਉਹਦੇ ਮਨ ਵਿੱਚ ਬੜਾ ਡੂੰਘਾ ਪ੍ਰਭਾਵ ਛੱਡਿਆ ਸੀ। ਠੀਕ ਹੈ, ਸੋ ਇਸ ਤਰ੍ਹਾਂ ਇਹਦਾ ਜਵਾਬ ਟ੍ਰੈਵਰ ਥਾਟ, ਡਿਡ ਕਰਕੇ ਥਿੰਕ ਦਾ ਥਾਟ ਬਣ ਜਾਏਗਾ, ਟ੍ਰੈਵਰ ਥਾਟ ਦੈਟ ਹੀ ਹੈਡ ਮੇਡ ਅ ਡੀਪ ਇੰਪ੍ਰੈਸ਼ਨ ਔਨ ਹਿਜ਼ ਓਲਡ ਮਾਡਲ, ਇੱਥੇ ਤੱਕ ਆ ਜਾਏਗਾ, ਸੇਮ ਕੁਐਸਚਨ ਵਿੱਚ ਆ ਜਾਏਗਾ। Trevor thought that he had made a deep impression on his old model because, why ਤੋਂ because ਆ ਗਿਆ, he seemed devoted to Hui after he had left Trevor studio। ਜਦੋਂ Hui Trevor ਦੇ ਸਟੂਡੀਓ 'ਚ ਚਲਾ ਗਿਆ, ਉਹਨੇ ਇੱਕ ਸੋਵਰਨ ਦੇਤਾ, 1 ਪਾਉਂਡ ਦੇਤਾ ਤੇ ਚਲਾ ਗਿਆ, ਤੇ ਉਹਦੇ ਬੜਾ ਹੈਰਾਨ ਹੋਇਆ, ਕਹਿੰਦਾ ਯਾਰ ਮੈਂ ਤੇ ਮਿਲੀਅਨਰ ਹੈਗਾ, ਤੇ ਆਪਾਂ ਤੇ ਭਾਵੇਂ ਕਈ ਵਾਰ ਅਸੀਂ ਇੰਨਾ ਸੰਕੋਚ ਕਰਦੇ ਹਾਂ, ਪੈਸੇ ਨੂੰ ਸਾਂਭ ਕੇ ਰੱਖਦੇ ਹਾਂ, ਇਹ ਵਿਚਾਰਾ ਸਧਾਰਨ ਜਿਹਾ ਬੰਦਾ ਹੈ, ਮਤਲਬ ਕਿ ਮਾਤੜ ਜਿਹਾ ਬੰਦਾ ਹੈ, ਤੇ ਇਹਦੀ ਜੇਬ ਚੋਂ ਇੱਕ ਜਿਹੜਾ ਪੌਂਡ ਸੀ ਇਹੀ ਇਹਨੇ ਮੈਨੂੰ ਦੇ ਦਿੱਤਾ। ਤੇ ਉਦੋਂ ਇਹ ਬੜਾ ਗੱਲ ਵਧੀਆ ਲੱਗੀ, ਤੇ ਉਹ ਉਹਦਾ ਇੱਕ ਮੁਰੀਦ ਬਣ ਗਿਆ, ਡਿਵੋਟਿਡ ਬਣੇ, ਉਹ ਉਹਦਾ ਇੱਕ ਕਿਸਮ ਦਾ ਸ਼ਰਧਾਲੂ ਟਾਈਪ ਬਣ ਗਿਆ, ਮਤਲਬ ਉਹਦੇ ਵੱਲ ਸਮਰਪਿਤ ਜਿਹਾ ਹੋ ਗਿਆ। ਬਿਕੋਜ਼ ਹੀ ਸੀਮਡ ਡਿਵੋਟਿਡ ਟੂ ਹੀ ਆਫਟਰ ਹੀ ਹੈਡ ਲੈਫਟ ਟ੍ਰੇਵਰਸ ਸਟੂਡੀਓ, ਉਹਦਾ ਜੋ ਉਹ ਜਿਹੜੇ ਚਲਾ ਗਿਆ, ਤੇ ਫਿਰ ਉਹਨਾਂ ਆਪਸ ਵਿੱਚ ਪੇਂਟਰ ਨੇ ਤੇ ਮਾਡਲ ਨੇ ਗੱਲਾਂ ਬਾਤਾਂ ਕੀਤੀਆਂ, ਕਿਉਂਕਿ ਮਾਡਲ ਤੇ ਜਿਹੜਾ ਅਸਲ ਵਿੱਚ ਸੀਗਾ ਉਹ ਤੇ ਮਿਲੀਅਨਰ ਸੀਗਾ, ਤੇ ਉਹਦੀ ਗੱਲਾਂ ਤੋਂ ਜਾਪਿਆ ਟ੍ਰੈਵਰ ਨੂੰ ਵੀ ਇਹ ਤੇ ਯਾਰ ਉਹਦਾ ਸ਼ਰਧਾਲੂ ਬਣ ਗਿਆ, ਤੇ ਉਹ ਤੋਂ ਹੁਈ ਤੋਂ ਬੜਾ ਪ੍ਰਭਾਵਿਤ ਹੋਇਆ। ਤੇ ਇਹ ਅੱਗੇ ਹੋਰ ਕਿੱਦਾਂ ਪਤਾ ਲੱਗਾ, ਦੀ ਮਾਡਲ ਕੈਪਟ ਚੱਕਲਿੰਗ। ਹੁਣ ਚੱਕਲ ਕੀ ਹੁੰਦਾ? ਚੱਕਲ ਹੁੰਦਾ ਮੂੰਹ ਮਿੰਨਾ ਮਿੰਨਾ ਹੱਸਣਾ ਜਾਂ ਮੂੰਹ ਬੰਦ ਕਰਕੇ ਹੱਸਣਾ। ਇੱਕ ਤੇ ਹੁੰਦਾ ਲਾਫਿੰਗ, ਲਾਫਿੰਗ ਹੁੰਦਾ ਖਿੜਖੜਾ ਕੇ ਹੱਸਣਾ, ਤੇ ਚੱਕਲਿੰਗ ਹੁੰਦਾ ਬੱਚਿਓ ਮੂੰਹ ਬੰਦ ਕਰਕੇ ਮਿੰਨਾ ਮਿੰਨਾ ਹੱਸਣਾ ਜਾਂ ਥੋੜਾ ਥੋੜਾ ਹੱਸਣਾ, ਵੀ ਮੂੰਹ ਵਿੱਚ ਹੀ ਹੱਸਣਾ। ਠੀਕ ਹੈ, ਸੋ ਦੀ ਮਾਡਲ ਕੈਪਟ ਚੱਕਲਿੰਗ, ਜਿਹੜਾ ਮਾਡਲ ਸੀਗਾ ਮਿਲੀਅਨਰ, ਉਹ ਤੇ ਕਹਿੰਦੇ ਮੂੰਹ ਵਿੱਚ ਹੱਸੀ ਗਿਆ, ਟੂ ਹਿਮਸੈਲਫ, ਆਪਣੇ ਆਪ 'ਚ ਹੀ ਹੱਸੀ ਗਿਆ ਵੀ ਇਹ ਕੀ ਭਾਣਾ ਵਰਤ ਗਿਆ, ਵੀ ਉਹ ਦੇਖੋ ਬੰਦਾ ਮੈਨੂੰ ਲੱਖਾਂਪਤੀ ਨੂੰ, ਕਰੋੜਾਂਪਤੀ ਨੂੰ, ਮੈਨੂੰ ਉਹ ਬੰਦਾ 1 ਪਾਉਂਡ ਦੇ ਕੇ ਖੈਰਾਤ ਵਿੱਚ ਦੇ ਕੇ ਗਿਆ, ਐਂਡ ਵਾਜ਼ ਇੰਟਰਸਟਿਡ ਇਨ ਨੋਇੰਗ ਆਲ ਅਬਾਊਟ ਹੁਈ। ਤੇ ਉਹਨੇ ਫਿਰ ਕੀ ਕੀਤਾ, ਟ੍ਰੈਵਰ ਦੇ ਕੋਲੋਂ ਉਹਦੇ ਬਾਰੇ ਸਾਰੀ ਜਾਣਕਾਰੀ ਕਢਵਾਈ, ਇਹ ਕੀ ਕਰਦਾ ਹੈ, ਕਿੱਥੇ ਰਹਿੰਦਾ ਹੈ। ਉਹਨੇ ਫਿਰ ਟ੍ਰੈਵਰ ਨੇ ਉਹਨੂੰ ਇਹ ਵੀ ਦੱਸਤਾ ਵੀ ਇਹ ਲੌਰਾ ਨਾਲ ਵਿਆਹ ਕਰਨਾ ਚਾਹੁੰਦਾ ਹੈ, ਪਰ ਲੌਰਾ ਦਾ ਪਿਓ ਕਰਨਲ ਨੇ ਸ਼ਰਤ ਰੱਖੀ ਕਿ ਉਹਨੂੰ 10,000 ਪਾਉਂਡ ਦਿਖਾਣੇ ਪੈਣਗੇ। ਸੋ ਸਾਰੀਆਂ ਗੱਲਾਂ ਉਹਨੇ ਹੁਈ ਬਾਰੇ ਜਾਣਨ ਬਾਰੇ ਉਹਨੇ ਦਿਲਚਸਪੀ ਦਿਖਾਈ। ਜਦੋਂ ਇਹ ਉਹਦਾ ਵਰਤਾਰਾ ਦੇਖਿਆ ਵੀ ਇਹ ਤੇ ਹੁਈ ਬਾਰੇ ਸਾਰੀਆਂ ਗੱਲਾਂ ਪੁੱਛ ਰਿਹਾ, ਸਾਰੇ ਵੇਰਵੇ ਮੇਰੇ ਕੋਲ ਲੈ ਰਿਹਾ, ਉਧਰੋਂ ਦੀ ਫਿਰ ਟ੍ਰੈਵਰ ਨੂੰ ਇਹ ਆਈਡੀਆ ਲੱਗ ਗਿਆ ਵੀ ਹੁਈ ਨੇ ਉਹਦੇ ਉੱਤੇ ਬੜਾ ਡੂੰਘਾ ਪ੍ਰਭਾਵ ਛੱਡਿਆ ਹੈ। ਕੁਐਸਚਨ ਨੰਬਰ 9, did his model behave differently from what Trevor had thought of him? ਕਹਿੰਦੇ ਜਿੱਦਾਂ ਟ੍ਰੈਵਰ ਨੇ ਆਪਣੇ ਮਾਡਲ ਬਾਰੇ ਸੋਚਿਆ ਸੀ ਵੀ ਉਹ ਇਦਾਂ ਕਰੇਗਾ, ਕੀ ਉਹਨੇ ਉਹ ਤੋਂ ਕੁਝ ਵੱਖਰਾ ਕੀਤਾ? ਇਫ ਡਿਫਰੈਂਟਲੀ ਹਾਊ, ਕਹਿੰਦੇ ਜੇ ਵੱਖਰਾ ਕੀਤਾ ਤੇ ਕਿਵੇਂ? ਸੋ ਜਵਾਬ ਹੈ ਯੈਸ, ਹਿਜ਼ ਮਾਡਲ ਬਿਹੇਵ ਡਿਫਰੈਂਟਲੀ ਫਰੋਮ ਵਟ ਟ੍ਰੈਵਰ ਹੈਡ ਥਾਟ ਆਫ ਹਿਮ। ਉਹਦੇ ਮਾਡਲ ਨੇ ਜਿੱਦਾਂ ਟ੍ਰੈਵਰ ਨੇ ਸੋਚਿਆ ਸੀ ਉਹ ਤੋਂ ਵੱਖ ਢੰਗ ਦੇ ਨਾਲ ਬਿਹੇਵ ਕੀਤਾ। ਤੇ ਉਹਨੇ ਕੀ ਸੋਚਿਆ ਸੀ ਤੇ ਉਹਨੇ ਕੀ ਕੀਤਾ, ਹੁਣ ਦੱਸਾਂਗੇ। ਹੀ ਹੈਡ ਥਾਟ ਦੈਟ, ਉਹਨੇ ਇਹ ਸੋਚਿਆ ਸੀ, ਹੀ ਵੁੱਡ ਇਨਵੈਸਟ ਹੁਈ ਸੋਵਰਨ, ਉਹਨੇ ਤਾਂ ਇਹ ਸੋਚਿਆ ਸੀਗਾ, ਕਿਉਂਕਿ ਜਿਵੇਂ ਉਹਨੂੰ ਮਿਲਿਆ ਟ੍ਰੈਵਰ ਨੂੰ, ਜਿਵੇਂ ਇਹ ਗੱਲ ਸਾਰੀ ਹੋ ਗਈ ਤੇ ਟ੍ਰੈਵਰ ਨੇ ਉਹਨੂੰ ਦੱਸਿਆ ਵੀ ਉਹ ਤੇ ਕਾਕਾ ਉਹ ਮੰਗਤਾ ਨਹੀਂ ਸੀਗਾ, ਉਹ ਤੇ ਬੜਾ ਕਰੋੜਾਪਤੀ ਹੈਗਾ, ਉਹ ਤੇ ਸਾਰਾ ਲੰਡਨ ਖਰੀਦ ਸਕਦਾ ਹੈਗਾ, ਤੇ ਦੁਨੀਆ ਦੇ ਹਰ ਸ਼ਹਿਰ ਦੇ ਕੈਪੀਟਲ ਵਿੱਚ ਉਹਦੇ ਘਰ ਹੈਗੇ ਨੇ, ਤੇ ਉਹ ਇੰਨਾ ਅਮੀਰ ਹੈਗਾ, ਤੇ ਉਹਦਾ ਕੰਮ ਹੈ ਬਿਜ਼ਨਸਮੈਨ, ਉਹ ਤੇ ਲੋਕਾਂ ਦੇ ਪੈਸੇ ਤੋਂ ਪੈਸੇ ਬਣਾਉਂਦਾ ਹੈ। ਤੇ ਉਹਨੇ ਇਹ ਸੋਚਿਆ ਵੀ ਤੂੰ ਜਿਹੜਾ ਉਹਨੂੰ ਪਾਉਂਡ ਦਿੱਤਾ ਨਾ, ਹੀ ਹੈਡ ਥਾਟ ਦੈਟ ਹੀ ਵੁੱਡ ਇਨਵੈਸਟ ਹੁਈ ਸੋਵਰਨ, ਉਹ ਜਿਹੜਾ ਹੁਈ ਨੇ ਉਹਨੂੰ ਸੋਵਰਨ ਦਿੱਤਾ ਸੀ, ਪਾਉਂਡ ਦਿੱਤਾ ਸੀ, ਉਹਨੂੰ ਇਨਵੈਸਟ ਕਰ ਦੇਗਾ, ਅਰਥਾਤ ਕਿਸੇ ਧੰਦੇ ਵਿੱਚ ਪੈਸਾ ਲਾ ਦੇਗਾ, ਐਂਡ ਪੇ ਹਿਮ ਇੰਟਰਸਟ ਐਵਰੀ 6 months, ਤੇ ਉਸ ਪੈਸੇ ਤੋਂ ਜਿਹੜੀ ਕਮਾਈ ਹੋਏਗੀ ਉਹਦੇ ਹਿਸਾਬ ਦੇ ਨਾਲ ਉਹਨੂੰ ਹਰ 6 ਮਹੀਨੇ ਬਾਅਦ ਵਿਆਜ ਦੇ ਦੇਗਾ। ਜਿੱਦਾਂ ਬੰਦੇ ਨਹੀਂ ਪੈਸੇ ਲਾਉਂਦੇ ਨੇ ਕਿਸੇ ਕੰਮ 'ਚ ਵੀ ਭਾਈ ਤੁਸੀਂ ਇੰਨੇ ਪੈਸੇ ਮੈਨੂੰ ਦੇਵੋ ਤੇ ਮੈਂ ਤੁਹਾਨੂੰ ਇੰਨਾ ਵਿਆਜ ਦੇਵਾਂਗਾ, ਠੀਕ ਹੈ। ਉਹਨੇ ਕਿਹਾ ਉਹ ਤੇ ਇਦਾਂ ਕਰੇਗਾ, ਬਟ ਹੀ ਗੇਵ ਹਿਮ ਅ ਚੈੱਕ ਆਫ 10,000 pounds,
पर उन्हें तो उन्होंने 10,000 पाउंड का चैक दे दिता सो दैट ही कुड मैरी दी करनल्स डॉटर लॉरा, ताकि वो करनल दी धी लॉरा दे नाल विआह कर सके। फिर इत्थे नहीं गल हुई खत्म। ही आल्सो मेड अ स्पीच एट दी वैडिंग ब्रेकफास्ट। जदों ਉਹਦਾ लॉरा नाल विआह हो गया ਤੇ ਵਿਆਹ ਦੇ ਵੇਲੇ ਜੋ ਬ੍ਰੇਕਫਾਸਟ ਜੋ ਇੱਕ ਸਪੀਚ ਹੁੰਦੀ ਹੈ ਜਿੱਦਾਂ ਵਿਆਹ ਸ਼ਾਦੀਆਂ ਦੇ ਬੰਦੇ ਕੋਈ ਸਪੀਚ ਦਿੰਦੇ ਨੇ, ਉਸ ਮਿਲੀਅਨੇਅਰ ਨੇ ਮਾਡਲ ਨੇ ਸਪੀਚ ਵੀ ਦਿੱਤੀ। ਤਾਂ ਉਹਨੂੰ ਲੱਗਿਆ ਵੀ ਇਹ ਤੇ ਬਿਲਕੁਲ ਹੀ ਉਹਨੇ ਜਿਹੜਾ ਵਰਤਾਰਾ ਵੱਖ ਕਿਸਮ ਦਾ ਕੀਤਾ ਹੈ। ਆਖਰੀ ਕੁਐਸਚਨ, ਹਾਊ ਵਾਜ਼ ਬੈਰਨ ਹੌਸਬਰਗ ਬੋਥ ਅ ਮਿਲੀਅਨੇਅਰ ਮਾਡਲ ਐਂਡ ਅ ਮਾਡਲ ਮਿਲੀਅਨੇਅਰ। ਬੱਚੋ ਬੜਾ ਹੀ ਵਧੀਆ ਕੁਐਸਚਨ ਹੈਗਾ ਤੇ ਇਹ ਇੱਕ ਕਿਸਮ ਦਾ ਪਜ਼ਲ ਟਾਈਪ ਵੀ ਹੈਗਾ, ਬੁਝਾਰਤ ਹੈਗੀ ਹੈ ਤੇ ਤੁਸੀਂ ਬੜੇ ਧਿਆਨ ਨਾਲ ਸੁਣੇ, ਮੈਂ ਸਮਝਾਵਾਂਗਾ। ਇਹ 'ਚ ਥੋੜੀ ਜਿਹੀ ਗ੍ਰਾਮਰ ਹੈਗੀ। ਤੁਸੀਂ ਆਪਣੀ ਗ੍ਰਾਮਰ ਦੇ ਲੈਸਨ 'ਚ ਪੜ੍ਹਿਆ, ਔਰ ਮੈਨੂੰ ਯਾਦ ਨਹੀਂ ਕਿਹੜੀ 8ਵੀਂ 9ਵੀਂ 10ਵੀਂ 11ਵੀਂ ਕਿਹੜੀ ਗ੍ਰਾਮਰ ਮੈਂ ਕੀਤੀ, ਸ਼ਾਇਦ 11ਵੀਂ 12ਵੀਂ ਦੀ ਗ੍ਰਾਮਰ ਹੀ ਹੈ। ਉਸ ਤੁਹਾਡੇ ਇੱਕ ਲੈਸਨ ਹੈਗਾ ਯੂਜ਼ਿੰਗ ਦੀ ਸੇਮ ਵਰਡ ਐਜ਼ ਨਾਊਨ, ਐਡਜੈਕਟਿਵ ਐਂਡ ਵਰਬ। ਤੁਹਾਨੂੰ ਪਤਾ ਅੰਗਰੇਜ਼ੀ 'ਚ ਬੜੇ ਸਾਰੇ ਸ਼ਬਦ ਨੇ ਇਸ ਤਰ੍ਹਾਂ ਦੇ, ਇੱਕੋ ਸ਼ਬਦ ਨੂੰ ਬਤੌਰ ਨਾਊਨ ਵੀ ਵਰਤਿਆ ਜਾ ਸਕਦਾ ਹੈ, ਬਤੌਰ ਐਡਜੈਕਟਿਵ ਵੀ ਵਰਤਿਆ ਜਾ ਸਕਦਾ ਹੈ, ਬਤੌਰ ਵਰਬ ਵੀ ਵਰਤਿਆ ਜਾ ਸਕਦਾ ਹੈ। ਸੋ ਕਈ ਵਾਰ ਕੰਜੰਕਸ਼ਨ ਪ੍ਰੈਪੋਜੀਸ਼ਨ ਦੇ ਤੌਰ ਤੇ ਵਰਤਿਆ ਜਾ ਸਕਦਾ, ਠੀਕ ਹੈ। ਸੋ ਆਓ ਦੇਖੋ ਹੁਣ ਇੱਥੇ ਕੀ ਹੈ, ਇਹ ਮਿਲੀਅਨੇਅਰ ਸ਼ਬਦ ਜਿਹੜਾ ਹੈ ਇਹ ਨਾਊਨ ਹੈ, ਠੀਕ ਹੈ। ਜਿਹੜਾ ਮਾਡਲ ਹੈਗਾ ਇਹ ਵੀ ਨਾਊਨ ਹੈਗਾ। ਮਿਲੀਅਨੇਅਰ ਕਿਹੜਾ ਹੁੰਦਾ, ਲੱਖਪਤੀ। ਤੇ ਮਾਡਲ ਕੀ ਹੁੰਦਾ, ਮਾਡਲ ਉਸ ਬੰਦੇ ਨੂੰ ਕਹਿੰਦੇ ਨੇ ਜੋ ਫੋਟੋ ਖਿਚਾਉਣ ਲਈ ਜਾਂ ਤਸਵੀਰ ਬਣਾਉਣ ਲਈ ਵੱਖਰੀ ਕਿਸਮ ਦੀ ਵੇਸ਼-ਭੂਸ਼ਾ ਪਾਉਂਦਾ ਹੈ, ਤਾਂ ਕਿ ਉਹ ਕੱਪੜਿਆਂ ਦਾ ਜਾਂ ਜਿਹੜੇ ਉਹਨੇ ਐਨਕ ਪਾਈਏ ਜਾਂ ਕੋਈ ਉਹਨੇ ਪੈਂਟ ਕਮੀਜ਼ ਪਾਈਏ, ਬੈਲਟ ਪਾਈਏ, ਉਹਦਾ ਪ੍ਰਚਾਰ ਹੋ ਸਕੇ, ਉਹਦੀ ਮਾਰਕੀਟਿੰਗ ਹੋ ਸਕੇ, ਉਹਦੀ ਮਾਡਲਿੰਗ ਕਰਦਾ ਹੈ। ਜਿਹੜਾ ਬੰਦਾ ਇਹਦਾ ਮਾਡਲਿੰਗ ਕਰਦਾ ਹੈ ਫੋਟੋ ਖਿਚਾਉਣ ਲਈ ਜਾਂ ਤਸਵੀਰ ਬਣਵਾਉਣ ਲਈ ਕੋਈ ਖਾਸ ਕਿਸਮ ਦਾ ਪਹਿਰਾਵਾ ਪਾ ਕੇ, ਉਹਨੂੰ ਕਿਹਾ ਜਾਂਦਾ ਮਾਡਲ। ਕੁੜੀ ਜਾਂ ਮੁੰਡਾ ਕੋਈ ਹੋ ਸਕਦਾ। ਤੇ ਮਿਲੀਅਨੇਅਰ, ਹੁਣ ਮਿਲੀਅਨੇਅਰ ਮਾਡਲ ਕੀ ਬਣ ਗਿਆ ਬੱਚਿਓ, ਇਹ ਬਣ ਗਿਆ ਕੰਪਾਊਂਡ ਨਾਊਨ, ਦੋ ਸ਼ਬਦਾਂ ਦਾ ਨਾਊਨ। ਅਰਥਾਤ ਬੈਰਨ ਜਿਹੜਾ ਬੈਰਨ ਸੀਗਾ, ਬੈਰਨ ਹੌਸਬਰਗ, ਉਹ ਮਿਲੀਅਨੇਅਰ ਮਾਡਲ ਕਿੱਦਾਂ ਸੀਗਾ, ਇੱਕ ਤਾਂ ਲੱਖਪਤੀ ਸੀਗਾ, ਤੇ ਲੱਖਪਤੀ ਤੇ ਸੀਗਾ ਹੀ, ਤੇ ਫਿਰ ਉਹ ਮਾਡਲਿੰਗ ਵੀ ਕਰ ਰਿਹਾ ਸੀਗਾ ਮੰਗਤੇ ਦੀ ਬਣ ਕੇ। ਸੋ ਕੀ ਬਣ ਗਿਆ, ਮਿਲੀਅਨੇਅਰ ਮਾਡਲ, ਅਰਥਾਤ ਉਹ ਇੱਕ ਲੱਖਪਤੀ ਮਾਡਲ ਸੀ। ਇਹ ਤੇ ਇਹ ਬਣ ਗਿਆ। ਹੁਣ ਇੱਥੇ ਆ ਗਿਆ ਮਾਡਲ ਐਡਜੈਕਟਿਵ ਵੀ ਹੁੰਦਾ ਹੈ। ਮਿਲੀਅਨੇਅਰ ਕੀ ਹੈਗਾ ਬੱਚਿਓ, ਮਿਲੀਅਨ ਹੈਗਾ ਲੱਖਪਤੀ, ਤੇ ਮਾਡਲ ਐਡਜੈਕਟਿਵ ਦੇ ਤੌਰ ਤੇ ਇਹਦਾ ਕੀ ਮਤਲਬ ਹੁੰਦਾ ਹੈ, ਮਿਸਾਲੀ, ਐਗਜ਼ੈਂਪਲਰੀ, ਅਰਥਾਤ ਜਿਹਦੀ ਮਿਸਾਲ ਦਿੱਤੀ ਜਾ ਸਕੇ ਜਾਂ ਜਿਹਦੀ ਰੀਸ ਕੀਤੀ ਜਾ ਸਕੇ ਜਾਂ ਜਿਹਦਾ ਹਵਾਲਾ ਦਿੱਤਾ ਜਾ ਸਕੇ, ਉਹਨੂੰ ਕਹਿੰਦੇ ਆ ਮਾਡਲ। ਜਿਹਦਾ ਮੈਂ ਕਹਾਂ ਹੀ ਇਜ਼ ਅ ਮਾਡਲ ਟੀਚਰ, ਅਰਥਾਤ ਇਹ ਬਹੁਤ ਵਧੀਆ ਟੀਚਰ ਹੈ, ਇਹਦੇ ਪਦ ਚਿੰਨ੍ਹਾਂ ਤੇ ਦੂਜਿਆਂ ਨੂੰ ਚੱਲਣਾ ਚਾਹੀਦਾ ਹੈ। ਜਾਂ ਅਸੀਂ ਕਹੀਏ ਹੀ ਇਜ਼ ਅ ਮਾਡਲ ਸਰਪੰਚ, ਇਹ ਸਰਪੰਚ ਤੇ ਮਾਡਲ ਹੈ, ਅਰਥਾਤ ਸਾਰੇ ਸਰਪੰਚਾਂ ਨੂੰ ਇਹਦੇ ਸਰਪੰਚ ਵਰਗਾ ਬਣਨਾ ਚਾਹੀਦਾ ਹੈ। ਸੋ ਇੱਥੇ ਮਾਡਲ ਹੋ ਗਿਆ ਬੱਚੋ ਐਗਜ਼ੈਂਪਲਰੀ, ਵਰਦੀ, ਜਿਹਦੀ ਰੀਸ ਕੀਤੀ ਜਾ ਸਕੇ, ਜਿਹਦਾ ਹਵਾਲਾ ਦਿੱਤਾ ਜਾ ਸਕੇ। ਸੋ ਇੱਥੇ ਮਾਡਲ ਹੈਗਾ ਐਡਜੈਕਟਿਵ ਤੇ ਇੱਥੇ ਮਾਡਲ ਹੈਗਾ ਨਾਊਨ, ਇਹ ਵੀ ਨਾਊਨ ਹੈ। ਸੋ ਇਹ ਬਣ ਗਿਆ ਮਿਲੀਅਨੇਅਰ ਮਾਡਲ ਬਣ ਗਿਆ ਕੰਪਾਊਂਡ, ਤੇ ਇੱਥੇ ਮਿਲੀਅਨੇਅਰ ਨਾਊਨ ਹੈਗਾ ਤੇ ਮਾਡਲ ਹੈਗਾ ਐਡਜੈਕਟਿਵ। ਹੁਣ ਜੇ ਤੁਹਾਨੂੰ ਸਵਾਲ ਸਮਝ ਆ ਗਿਆ ਤੇ ਹੁਣ ਸਾਨੂੰ ਜਵਾਬ ਵੀ ਸਮਝ ਬੜੇ ਆਰਾਮ ਨਾਲ ਆ ਜਾਏਗਾ। ਆਓ ਹੁਣ ਇਹਦਾ ਜਵਾਬ ਤਿਆਰ ਕਰਦੇ ਹਾਂ। ਬੈਰਨ ਹੌਸਬਰਗ ਵਾਜ਼ ਅ ਮਿਲੀਅਨੇਅਰ, ਬੈਰਨ ਹੌਸਬਰਗ ਇੱਕ ਲੱਖਪਤੀ ਸੀ, ਐਂਡ ਹੀ ਗॉट ਹਿਜ਼ ਪੋਰਟਰੇਟ ਮੇਡ ਡਰੈਸਿੰਗ ਲਾਈਕ ਅ ਬੈਗਰ, ਤੇ ਉਹਨੇ ਇੱਕ ਮੰਗਤੇ ਦੇ ਕੱਪੜੇ ਪਾ ਕੇ ਆਪਣੀ ਤਸਵੀਰ ਬਣਵਾਈ, ਮੁਝੇ ਮਾਡਲਿੰਗ ਕਰਦਾ ਪਿਆ। ਐਜ਼ ਹੀ ਮਾਡਲਡ ਐਜ਼ ਅ ਬੈਗਰ, ਕਿਉਂਕਿ ਉਹਨੇ ਇੱਕ ਮੰਗਤੇ ਦੀ ਮਾਡਲਿੰਗ ਕੀਤੀ, ਮੰਗਤੇ ਵਰਗਾ ਆਪਣਾ ਚੋਲਾ ਪਾਇਆ, ਮੰਗਤੇ ਵਾਲੇ ਕੱਪੜੇ ਪਾਏ, ਹੀ ਵਾਜ਼ ਅ ਮਿਲੀਅਨੇਅਰ ਮਾਡਲ, ਤੇ ਇਸ ਕਰਕੇ ਉਹ ਬਣ ਗਿਆ ਮਿਲੀਅਨੇਅਰ ਮਾਡਲ। ਮਿਲੀਅਨੇਅਰ ਤੇ ਪਹਿਲੇ ਹੀ ਸੀਗਾ ਤੇ ਮਾਡਲਿੰਗ ਵੀ ਕਰਦਾ ਸੀਗਾ, ਤੇ ਉਹ ਬਣ ਗਿਆ ਮਿਲੀਅਨੇਅਰ ਮਾਡਲ। ਸੋ ਇਹ ਤੇ ਬਣ ਗਿਆ ਇਹ ਜਵਾਬ। ਹੁਣ ਅਗਲੀ ਗੱਲ ਆਈ, ਹੀ ਆਲਸੋ ਸਰਪ੍ਰਾਈਜ਼ਡ ਹੁਈ ਬਾਈ ਪ੍ਰੈਜ਼ੈਂਟਿੰਗ ਹਿਮ ਅ ਚੈੱਕ ਆਫ 10,000 ਪਾਉਂਡਸ, ਤੇ ਉਹਨੇ ਕੀ ਕੀਤਾ, ਹੁਈ ਨੂੰ ਹੈਰਾਨ ਕਰ ਦਿੱਤਾ, ਕੀ ਕਰਕੇ, 10,000 ਪਾਉਂਡ ਦਾ ਚੈੱਕ ਦੇ ਕੇ, ਉਹ ਤੋਂ ਪ੍ਰਭਾਵਿਤ ਹੋ ਕੇ, ਉਹਦੀ ਖੁੱਲ੍ਹਦਿਲੀ ਦੇ ਕੇ, ਕਿਉਂਕਿ ਉਹਨੂੰ ਇੱਕ ਸਿੱਕਾ, ਇੱਕ ਸੋਵਰਨ, ਇੱਕ ਪਾਉਂਡ ਉਹਨੂੰ ਖੈਰਾਤ ਪਾਈ ਸੀਗੀ, ਤੇ ਉਹਦਾ ਜਿਹੜਾ ਹੈ ਵੱਡਾ ਜਿਗਰਾ ਦੇਖ ਕੇ ਵੀ ਇਹ ਇੱਕ ਸਧਾਰਨ ਬੰਦਾ ਇੰਨੇ ਵੱਡੇ ਜਿਗਰੇ ਵਾਲਾ ਹੈ ਤੇ ਮੈਂ ਤੇ ਲੱਖਾਂ ਕਰੋੜਾਪਤੀ ਹੈਗਾ। ਸੋ ਦੈਟ ਹੀ ਕੁਡ ਮੈਰੀ ਹਿਜ਼ ਬਿਲਵਡ ਲੌਰਾ, ਤਾਂ ਕਿ ਉਹ ਆਪਣੀ ਮਹਿਬੂਬਾ ਲੌਰਾ ਦੇ ਨਾਲ ਵਿਆਹ ਕਰ ਸਕੇ। ਦਿਸ ਸਵੀਟ ਸਰਪ੍ਰਾਈਜ਼, ਇਹ ਇੱਕ ਮਿੱਠਾ, ਇੱਕ ਅਨੋਖਾ, ਹੈਰਾਨੀ ਵਾਲਾ ਕਰਤਵ ਐਕਟ, ਦਿਸ ਸਵੀਟ ਸਰਪ੍ਰਾਈਜ਼ ਐਕਟ ਮੇਡ ਹਿਮ ਅ ਰੇਅਰ ਐਗਜ਼ਾਮਪਲ, ਇਸ ਉਹਦੇ ਵਰਤਾਰੇ ਨੇ 10,000 ਪਾਉਂਡ ਦਾ ਜੋ ਚੈੱਕ ਉਹਨੂੰ ਦਿੱਤਾ,
ਇਸ ਮਿੱਠੇ ਹੈਰਾਨ ਕਰਨ ਵਾਲੇ ਉਸਦੇ ਕਰਤੱਵ ਨੇ ਉਸਨੂੰ ਇੱਕ ਰੇਅਰ ਐਗਜ਼ਾਮਪਲ ਬਣਾ ਦਿੱਤਾ, ਉਹਨੂੰ ਇੱਕ ਦੁਰਲਭ ਮਿਸਾਲ ਬਣਾ ਦਿੱਤਾ ਵੀ ਇਹ ਤੇ ਕਮਾਲ ਹੈ ਵੀ ਆਮ ਤੇ ਜਿਹੜੇ ਕਰੋੜਾਪਤੀ ਜਿਹੜੇ ਹੁੰਦੇ ਨੇ ਉਹਨਾਂ ਦਾ ਜਿਗਰਾ ਇੰਨਾ ਹੁੰਦਾ ਹੀ ਨਹੀਂ, ਉਹ ਤੇ ਬੜੇ ਛੋਟੇ ਦਿਲ ਵਾਲੇ ਹੁੰਦੇ ਨੇ, ਉਹ ਤੇ ਜ਼ਿਆਦਾਤਰ ਕੰਜੂਸ ਹੁੰਦੇ ਨੇ, ਇਹਨੇ ਤੇ ਬੜਾ ਖੁੱਲਾ ਦਿਲ ਦਿਖਾਇਆ। ਅਰਥਾਤ ਐਗਜ਼ਾਮਪਲ ਕੀ ਬਣ ਗਿਆ, ਅ ਮਾਡਲ ਮਿਲੀਅਨੇਅਰ, ਭਾਈ ਸਾਰੇ ਮਿਲੀਅਨੇਅਰ ਇਹਦੇ ਵਰਗੇ ਬਣੋ। ਸੋ ਹੀ ਵਾਜ਼ ਬੋਥ ਅ ਮਿਲੀਅਨੇਅਰ ਮਾਡਲ ਐਂਡ ਅ ਮਾਡਲ ਮਿਲੀਅਨਏਅਰ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਸ ਲੈਸਨ ਦੇ ਕੁਐਸਚਨ ਆਨਸਰਸ ਦਾ ਮਤਲਬ ਕਿ ਵੀਡੀਓ ਸੈਕਸ਼ਨ 1 ਜਿਹਦੇ ਵਿੱਚ ਵੀ ਹੈਵ ਕਵਰਡ ਸ਼ਾਰਟ ਆਨਸਰ ਟਾਈਪ ਕੁਐਸਚਨ। ਸੋ ਪਿਆਰੇ ਵਿਦਿਆਰਥੀਓ ਇਸੇ ਤਰ੍ਹਾਂ ਤੁਸੀਂ ਨੇਮ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।